ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਕੱਲ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਰਾਜ ਸਭਾ 'ਚ ਬੋਲੇ। ਜੋ ਰਾਸ਼ਟਰਪਤੀ ਦਾ ਭਾਸ਼ਣ ਹੁੰਦਾ ਹੈ ਉਹਦੇ ਧੰਨਵਾਦ ਦੇ ਮਤੇ ਦੇ ਜਵਾਬ ਵਿੱਚ ਬੋਲੇ। ਤਕਰੀਬਨ 70-72 ਮਿੰਟ ਬੋਲੇ। ਲੰਬਾ ਭਾਸ਼ਣ 'ਚੋਂ ਨਿਕਲਿਆ ਕੀ? ਭਾਸ਼ਣ ਦੇ ਵਿੱਚੋਂ ਜਾਂ ਤਾਂ ਆਪਣੇ ਆਪ ਨੂੰ ਥਾਪੀ ਦਿੰਦੇ ਨਜ਼ਰ ਆਏ, ਸ਼ਾਬਾਸ਼ ਦਿੰਦੇ ਨਜ਼ਰ ਆਏ ਕਿ ਅਸੀਂ ਕਰੋਨਾ ਦੇ ਲਈ ਕਿਸ ਤਰ੍ਹਾਂ ਇਕੱਠੇ ਹੋ ਕੇ ਲੜਾਈ ਲੜ ਰਹੀ, ਕਿਸ ਤਰ੍ਹਾਂ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ, ਆਤਮ ਨਿਰਭਰ ਹੋ ਰਿਹਾ, ਸਾਰੀਆਂ ਗੱਲਾਂ ਹੋਈਆਂ। ਲੇਕਿਨ ਸਾਡਾ ਜ਼ਿਆਦਾ ਜਿਹੜਾ ਹੈ ਦਿਲਚਸਪੀ ਜਾਂ ਕੰਸਰਨ ਉਹ ਹੈ ਕਿਸਾਨੀ ਮੁੱਦਿਆਂ ਦੇ ਨਾਲ। ਆਸ ਇਹ ਸੀ ਕਿ ਕਿਸਾਨੀ ਮੋਰਚੇ ਦੇ ਬਾਰੇ, ਕਿਸਾਨੀ ਅੰਦੋਲਨ ਦੇ ਬਾਰੇ, ਕਿਸਾਨੀ ਮੰਗਾਂ ਦੇ ਬਾਰੇ ਕੁਝ ਗੰਭੀਰ ਗੱਲ ਕਰਨਗੇ। ਅਸਲ ਦੇ ਵਿੱਚ ਦੇਸ਼ ਨੇ ਪਹਿਲਾਂ 10 ਸਾਲ ਇੱਕ ਬਹੁਤ ਗੰਭੀਰ ਕਿਸਮ ਦਾ ਪ੍ਰਧਾਨ ਮੰਤਰੀ ਦੇਖਿਆ ਔਰ ਇਹ ਪ੍ਰਧਾਨ ਮੰਤਰੀ ਜੋ ਤੁਹਾਡੇ ਸਾਹਮਣੇ ਸਕਰੀਨ ਤੇ ਕੱਲ ਦੀ ਸਾਰੀ ਜਿਹੜੀ ਹੈ 70 ਮਿੰਟ 72 ਮਿੰਟ ਦੇ ਭਾਸ਼ਣ ਦੇ ਵਿੱਚ ਗੰਭੀਰਤਾ ਦੀ ਘਾਟ ਨਜ਼ਰ ਆਈ। ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ, ਪ੍ਰਧਾਨ ਮੰਤਰੀ ਨੇ, ਕਿ ਜਿਹੜੇ ਖੇਤੀ ਕਾਨੂੰਨ ਲੈ ਕੇ ਆਏ ਆ, ਇਹ ਜਿਹੜੇ ਖੇਤੀ ਸੁਧਾਰ ਅਸੀਂ ਕੀਤੇ ਨੇ, ਇਹ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ। ਉਹਨਾਂ ਨੇ ਜ਼ਿਕਰ ਕੀਤਾ ਲਾਲ ਬਹਾਦਰ ਸ਼ਾਸਤਰੀ ਦਾ। ਇੱਥੇ ਤੱਕ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਜਦੋਂ ਚਾਹੁੰਦੇ ਸੀ ਨਾ, ਉਹਨਾਂ ਕੋਲ ਤਾਂ ਖੇਤੀ ਮੰਤਰੀ ਵੀ ਨਹੀਂ ਸੀ ਕੋਈ ਬਣਾਉਣ ਲਈ ਬੰਦਾ, ਸਾਰੇ ਉਹਨਾਂ ਦਾ ਵਿਰੋਧ ਕਰ ਰਹੇ ਸੀ। ਇਹ ਗੱਲ ਕਹੀ। ਫਿਰ ਉਹਨਾਂ ਨੇ ਚੌਧਰੀ ਚਰਨ ਸਿੰਘ ਦਾ ਹਵਾਲਾ ਦਿੱਤਾ ਔਰ ਚੌਧਰੀ ਚਰਨ ਸਿੰਘ ਦੇ ਟਾਈਮ ਜਿਹੜੀ ਹੋਈ ਸੀ ਮਰਦਮਸ਼ੁਮਾਰੀ, ਉਹਨੂੰ ਲੈ ਕੇ ਛੋਟੇ ਕਿਸਾਨ ਤੇ ਵੱਡੇ ਕਿਸਾਨਾਂ 'ਚ ਇੱਕ ਫਰਕ ਦੱਸਣ ਦੀ ਕੋਸ਼ਿਸ਼ ਕੀਤੀ। ਇਹ ਕਹਿ ਲਓ ਫਰਕ ਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ 33% ਕਿਸਾਨ ਉਹ ਨੇ ਸਾਡੇ ਦੇਸ਼ ਦੇ ਵਿੱਚ। ਇਹ ਸੈਂਸ ਜੇ ਕਹਿੰਦੀ ਸੀ ਚੌਧਰੀ ਚਰਨ ਸਿੰਘ ਨੇ, ਜਿਹਦਾ ਹਵਾਲਾ ਦਿੱਤਾ ਸੀ। ਉਸ ਹਵਾਲੇ ਨਾਲ ਮੋਦੀ ਸਾਹਿਬ ਨੇ ਜੋ ਕਿਹਾ ਕਿ 2 ਬਿੱਘਾ ਜਿਨ੍ਹਾਂ ਕੋਲ 2 ਬਿੱਘੇ ਤੋਂ ਵੀ ਘੱਟ ਜ਼ਮੀਨ ਹੈ ਤੇ 18% ਉਹ ਨੇ ਜਿਨ੍ਹਾਂ ਕੋਲ 2 ਤੋਂ 4 ਬਿੱਘੇ ਜ਼ਮੀਨ ਹੈ। ਯਾਨੀ ਉਹਨਾਂ ਨੇ ਕਿਹਾ ਕਿ 12 ਕਰੋੜ ਐਸੇ ਕਿਸਾਨ ਨੇ ਜਿਹੜੇ 2 ਹੈਕਟੇਅਰ ਤੋਂ ਵੀ ਘੱਟ ਨੇ। ਇਹ ਕਹਿ ਕੇ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਐਡੀ ਵੱਡੀ ਗਿਣਤੀ ਵਿੱਚ ਕਿਸਾਨ ਨੇ, ਜਿਹੜੇ ਛੋਟੇ ਕਿਸਾਨ ਨੇ, ਜਿਨ੍ਹਾਂ ਦੀ ਗਿਣਤੀ ਹੁਣ 68% ਹੋ ਗਈ ਹੈ, ਅਸੀਂ ਤਾਂ ਉਹਨਾਂ ਲਈ ਕੰਮ ਕਰ ਰਹੇ ਹਾਂ। ਜਿਵੇਂ ਅਸੀਂ ਪਸ਼ੂ ਪਾਲਕਾਂ ਲਈ ਕੀਤਾ, ਜਿਵੇਂ ਡੈਰੀ ਲਈ ਕੀਤਾ, ਡੈਰੀ ਦੇ ਵੀ ਵੱਡੇ ਵੱਡੇ ਦਾਅਵੇ ਕੀਤੇ ਗਏ ਉੱਥੇ ਔਰ ਕਿਹਾ ਗਿਆ ਕਿ ਅਸੀਂ ਤਾਂ ਉਹਨਾਂ ਵਾਂਗ ਇਹਨਾਂ ਕਿਸਾਨਾਂ ਨੂੰ ਆਜ਼ਾਦ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਤਾਂ ਬੜੇ ਸਿੱਧੇ ਕਰਜ਼ਾ ਮਾਫੀ ਤੇ ਸਿੱਧਾ ਅਟੈਕ ਕੀਤਾ। ਕਹਿੰਦਾ ਜਿਹੜੀ ਕਰਜ਼ਾ ਮਾਫੀ ਹੁੰਦੀ ਹੈ ਨਾ, ਇਹ ਜਿਹੜੀ ਚੋਣਾਂ 'ਚ ਜਾ ਕੇ ਇਹ ਵੋਟਾਂ ਲਈ ਮਾਫੀ ਹੁੰਦੀ ਹੈ, ਕਿਸਾਨਾਂ ਦੀ ਕਰਜ਼ੇ ਮੁਕਤੀ ਨਹੀਂ ਹੁੰਦੀ। ਤੇ ਮੋਰਓਵਰ ਕਹਿੰਦੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦਾ ਤਾਂ ਬੈਂਕ 'ਚ ਅਕਾਊਂਟ ਨਹੀਂ, ਕਰਜ਼ਾ ਮਾਫੀ ਤਾਂ ਜਿਨ੍ਹਾਂ ਦਾ ਬੈਂਕ 'ਚ ਅਕਾਊਂਟ ਹੈ ਉਹਨਾਂ ਦੀ ਹੁੰਦੀ ਹੈ। ਤੇ ਮਤਲਬ ਬਹੁਤ ਸਪਸ਼ਟ ਇਹ ਨੁਕਤੇ ਤੇ ਬਹੁਤ ਜ਼ੋਰ ਲਾਇਆ ਔਰ ਲੰਬਾ ਸਮਾਂ ਬੋਲ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਾਡੀ ਜਿਹੜੀ ਸਰਕਾਰ ਹੈ, ਮੋਦੀ ਸਰਕਾਰ ਹੈ ਜਿਹੜੀ, ਇਹ ਛੋਟੇ ਕਿਸਾਨਾਂ ਦੇ ਹੱਕ 'ਚ ਹੈ। ਇਹ ਜਿਹੜੇ ਵੱਡੇ ਕਿਸਾਨ ਨੇ ਇਹ ਅੰਦੋਲਨ ਕਰ ਰਹੇ ਨੇ, ਅਸਲ ਵਿੱਚ ਉਹ ਇਹ ਕਹਿਣਾ ਚਾਹੁੰਦੇ ਸੀ ਗਰੀਬ ਕਿਸਾਨਾਂ ਦੀ ਸਾਨੂੰ ਮਦਦ ਕਰ ਲੈਣ ਦਿਓ, ਇਹ ਕਹਿਣ ਦੀ ਕੋਸ਼ਿਸ਼ ਕੀਤੀ। ਦੂਜੀ ਗੱਲ, ਉਹਨਾਂ ਨੇ ਤਾਂ ਕਿਸੇ ਨੂੰ ਬਖਸ਼ੇ ਨਹੀਂ। ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਬੈਠੇ ਸੀ, ਉਹਨਾਂ ਦਾ ਹਵਾਲਾ ਦਿੱਤਾ। ਕਹਿੰਦੇ ਡਾਕਟਰ ਮਨਮੋਹਨ ਸਿੰਘ ਬੈਠੇ ਨੇ, ਇਹ ਵੀ ਚਾਹੁੰਦੇ ਸੀ ਕਿ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਫਸਲ ਵੇਚਣ ਲਈ ਆਜ਼ਾਦੀ ਮਿਲਣੀ ਚਾਹੀਦੀ ਹੈ, ਉਹੀ ਅਸੀਂ ਕੀਤਾ। ਜੋ ਪਸ਼ੂ ਪਾਲਕਾਂ ਦਾ, ਡੈਰੀ ਦਾ, ਛੋਟੇ ਕਿਸਾਨਾਂ ਦਾ, ਮਨਮੋਹਨ ਸਿੰਘ ਦਾ, ਲਾਲ ਬਹਾਦਰ ਸ਼ਾਸਤਰੀ ਦਾ, ਸਭ ਦੇ ਹਵਾਲੇ ਦੇ ਕੇ ਕਹਿਣ ਦੀ ਇਹ ਕੋਸ਼ਿਸ਼ ਕੀਤੀ ਕਿ ਕਾਂਗਰਸ ਵੀ ਇਸੇ ਤਰ੍ਹਾਂ ਦੇ ਸੁਧਾਰ ਚਾਹੁੰਦੀ ਸੀ, ਹੁਣ ਅਸੀਂ ਕਰਤੇ ਨੇ ਤੇ ਹੁਣ ਇਹ ਸਾਡੇ ਤੇ ਜਿਹੜਾ ਹੈ ਸਾਡਾ ਵਿਰੋਧ ਕਰ ਰਹੇ ਨੇ। ਅਗਲੀ ਗੱਲ ਉਹੀ ਜਿਹੜੀ ਲਗਾਤਾਰ ਕਰਦੇ ਨੇ, ਲੱਖਾਂ 'ਚ ਦੱਸਦੇ ਨੇ ਕਿ ਅਸੀਂ ਇੰਨਾ ਲੱਖ ਕਰੋੜ ਰੁਪਇਆ ਪ੍ਰਧਾਨ ਮੰਤਰੀ ਨਿਧੀ ਯੋਜਨਾ 'ਚ ਦੇਤਾ। ਉਹ ਪ੍ਰਧਾਨ ਮੰਤਰੀ ਜੀ, ਜਿਹੜਾ ਤੁਸੀਂ ਦਿੰਦੇ ਹੋ ਨਾ 6000 ਰੁਪਇਆ
ਕਿਸਾਨਾਂ ਨੂੰ ਉਹਦਾ ਹਰ ਰੋਜ਼ ਦਾ ਜੇ ਦੇਖੀਏ 16 ਰੁਪਏ 32 ਪੈਸੇ ਮਿਲਦੇ ਨੇ ਕਿਸਾਨਾਂ ਨੂੰ। ਤੁਸੀਂ ਇਹ ਦੱਸਿਆ ਕਰੋ। ਤੁਸੀਂ ਜੋ ਲੱਖਾਂ 'ਚ ਦੱਸਦੇ ਹੋ ਫਿਰ ਲੱਗਦਾ ਹੈ ਕਿ ਬਹੁਤ ਵੱਡੀ ਰਕਮ ਤੁਸੀਂ ਦੇਤੀ, ਫਿਰ ਤੁਸੀਂ ਆਪਣਾ ਬੰਗਾਲ ਵਾਲਾ ਕੰਮ ਵੀ ਵਿੱਚ ਕਰਤਾ ਤੇ ਇੱਕ ਹੋਰ ਵੱਡੀ ਗੱਲ ਕੀਤੀ ਜੀ ਤੋਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਰਟਾਇਆ ਹੋਇਆ ਸੀ ਨਰਿੰਦਰ ਤੋਮਰ ਨੂੰ ਤੇ ਸਾਰੀ ਆਪਦੀ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਸੰਤਰੀਆਂ ਨੂੰ ਕੀ ਰਟਾਇਆ ਸੀ? ਐਮਐਸਪੀ ਹੈ, ਐਮਐਸਪੀ ਸੀ, ਐਮਐਸਪੀ ਰਹੇਗੀ, ਇਹ ਕਿਹਾ ਕੱਲ ਪ੍ਰਧਾਨ ਮੰਤਰੀ ਨੇ। ਇਹਦਾ ਜਵਾਬ ਕੱਲ ਵੈਸੇ ਟਕੈਤ ਨੇ ਨਾਲ ਦੀ ਨਾਲ ਹੀ ਟਕਾ ਕੇ ਦਿੱਤਾ। ਕਹਿੰਦਾ ਅਸੀਂ ਕਦੋਂ ਕਹਿੰਦੇ ਆ ਐਮਐਸਪੀ ਜਿਹੜੀ ਹੈ ਉਹ ਨਹੀਂ ਹੈ, ਅਸੀਂ ਤਾਂ ਇਹ ਕਹਿੰਦੇ ਆ ਕਿ ਐਮਐਸਪੀ ਦੀ ਖਰੀਦ ਗਰੰਟੀ ਤੇ ਕਾਨੂੰਨ ਬਣਾ ਦਿਓ। ਜੇ ਤੁਸੀਂ ਇਹ ਕਹਿੰਦੇ ਰਹੇਗੀ ਤਾਂ ਫਿਰ ਤੁਹਾਨੂੰ ਕੀ ਇਤਰਾਜ਼ ਹੈ? ਫਿਰ ਕਾਨੂੰਨ ਬਣਾਓ ਜਿਹੜਾ ਅਸੀਂ ਮੰਗਦੇ ਆ। ਸੋ ਇਸ ਕਿਸਮ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਜਿਹੜੀ ਖਾਸ ਗੱਲ ਇਹਦੇ ਵਿੱਚ ਨਜ਼ਰ ਆਈ ਮੈਨੂੰ ਕੱਲ ਉਹ ਇਹ ਆਈ ਕਿ ਪੰਜਾਬ ਬਾਰੇ ਬੜੀਆਂ ਤਾਰੀਫਾਂ ਦੇ ਪੁੱਲ ਬੰਨੇ ਗਏ, ਪਹਿਲਾਂ ਨਹੀਂ ਬੰਨੇ ਗਏ ਸੀ। ਖਾਸ ਤੌਰ ਤੇ ਜਿਵੇਂ ਉਹਨਾਂ ਨੇ ਕਿਹਾ ਕਿ ਬਟਵਾਰੇ 'ਚ ਪੰਜਾਬੀ, ਅਸੀਂ ਕਹਿੰਦੇ ਸੀ ਤੇ ਇਹਨਾਂ ਬਟਵਾਰੇ 'ਚ ਇਹਨਾਂ ਦਾ ਵੱਡਾ ਨੁਕਸਾਨ ਹੋਇਆ। 84 ਤੱਕ ਲਾਇਆ ਉਹ, 84 ਤੇ ਤਾਂ ਉਹਨਾਂ ਨੇ 2-3 ਵਾਰੀ ਘੇਰਨ ਦੀ ਕੋਸ਼ਿਸ਼ ਕੀਤੀ। ਪ੍ਰਤਾਪ ਸਿੰਘ ਬਾਜਵਾ ਦਾ ਹਵਾਲਾ ਦੇ ਕੇ ਨਾਂ ਲੈ ਕੇ ਕਿਹਾ ਕਿ ਜਿਵੇਂ ਬਾਜਵਾ ਸਾਹਿਬ ਬੋਲ ਰਹੇ ਸੀ, ਲੰਬਾ ਭਾਸ਼ਣ ਕਰ ਰਹੇ ਸੀ, ਹਾਲਾਂਕਿ ਆਪ ਉਹ ਇਸ ਤਰ੍ਹਾਂ ਹੀ ਬੋਲਦੇ ਨੇ। ਤੇ ਉਦੋਂ ਉਹਨਾਂ ਨੇ ਕਿਹਾ ਕਿ ਬਾਜਵਾ ਸਾਹਿਬ ਮੈਂ ਸੋਚਿਆ 84 ਤੇ ਆਉਣਗੇ, ਕਾਂਗਰਸ ਵਾਂਗ ਉਹਨਾਂ ਨੇ ਵੀ ਨਿਰਾਸ਼ ਕੀਤਾ ਹਰ ਬੰਦੇ ਤੇ। ਜਿਹੜੇ ਚਲ ਦੋ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ ਪਿਆਰੇ ਦਰਸ਼ਕੋ, ਉਹਨਾਂ 'ਚ ਇੱਕ ਤਾਂ ਇਹ ਕਿ ਐਮਐਸਪੀ ਬਾਰੇ ਇਸ ਤਰ੍ਹਾਂ ਬੋਲੇ, ਦੂਜਾ ਉਹਨਾਂ ਨੇ ਕਿਹਾ ਵੀ ਕਾਂਗਰਸ ਲਿਆਉਣਾ ਚਾਹੁੰਦੀ ਸੀ, ਤੀਜਾ ਉਹਨਾਂ ਨੇ ਸਿੱਖਾਂ ਦੀ, ਪੰਜਾਬ ਦੀ ਵੀ ਕੀਤੀ, ਸਿੱਖਾਂ ਦੀ ਬੜੀ ਤਾਰੀਫ ਕੀਤੀ, ਸਿੱਖਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਾਨੂੰ ਜਿੰਨਾ ਇਹਨਾਂ ਦਾ ਆਦਰ ਕਰਨਾ ਚਾਹੀਦਾ ਹੈ। ਮੋਦੀ ਸਾਹਿਬ ਤੁਸੀਂ ਕੀ ਗੱਲਾਂ ਕਰਦੇ ਹੋ? ਮੈਨੂੰ ਸਮਝ ਨਹੀਂ ਆਉਂਦੀ। ਤੁਹਾਡਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਦਲਾਲ ਦੱਸ ਰਿਹਾ ਇਹਨਾਂ ਨੂੰ, ਕੋਈ ਇਹਨਾਂ ਨੂੰ ਅਰਬਨ ਨਕਸਲੀਏ ਦੱਸ ਰਿਹਾ ਹੈ। ਤੁਹਾਡੀ ਉਹ ਕੰਗਣਾ ਜੀ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੈ, ਉਹ ਕਹਿ ਰਹੀ ਹੈ ਅੱਤਵਾਦੀ ਨੇ। ਤੁਸੀਂ ਇਹ ਕਿਸ ਕਿਸਮ ਦੀਆਂ ਗੱਲਾਂ ਕਰਦੇ ਹੋ? ਕੋਈ ਕੀ ਕਹਿੰਦਾ ਤੇ ਤੁਸੀਂ ਕੀ ਕੋਸ਼ਿਸ਼ ਕਰ ਰਹੇ ਸੀ? ਇਹ ਲੋਕਾਂ ਨੂੰ ਸਮਝ ਆ ਗਈ ਸਿੱਖਾਂ ਦੀ ਪ੍ਰਸ਼ੰਸਾ ਕਰਕੇ ਕਿਸ ਕਿਸਮ ਦਾ ਇਸ਼ਾਰੇ ਤੁਸੀਂ ਕੀਤੇ, ਕਿਸ ਕਿਸਮ ਦੇ ਤੁਸੀਂ ਚਾਹੁੰਦੇ ਹੋ ਕਦੇ ਛੋਟੇ ਕਿਸਾਨ ਕਦੇ ਵੱਡੇ ਕਿਸਾਨ ਉਹਨਾਂ ਦੇ ਵਿੱਚ ਫਿੱਕ ਪਾਉਣੀ, ਜਿਵੇਂ ਸਿੱਖ ਤੇ ਨੌਨ ਸਿੱਖ 'ਚ ਫਿੱਕ ਪਾਉਣੀ। ਇਸ ਕਿਸਮ ਦੀ ਗੱਲ ਇੱਕ ਉਹਨਾਂ ਨੇ ਬਹੁਤ ਮਾੜਾ ਲਫ਼ਜ਼ ਵਰਤਿਆ। ਨਹੀਂ ਚਾਹੀਦਾ ਸੀ। ਇੱਕ ਪ੍ਰਧਾਨ ਮੰਤਰੀ ਦੇ ਲੈਵਲ ਤੇ ਜੇ ਕੋਈ ਬੰਦਾ ਬੈਠਾ ਇਸ ਤਰ੍ਹਾਂ ਦੀ ਗੱਲ ਉਹਨੂੰ ਨਹੀਂ ਕਰਨੀ ਚਾਹੀਦੀ। ਉਹ ਕਹਿੰਦੇ ਕਿ ਇੱਕ ਨਵੀਂ ਜਮਾਤ ਪੈਦਾ ਹੋ, ਜਿਵੇਂ ਬੁੱਧੀਜੀਵੀ ਹੁੰਦੇ ਨੇ, ਸ਼ਰਮਜੀਵੀ ਹੁੰਦੇ ਨੇ, ਉਵੇਂ ਅੱਜ ਕੱਲ੍ਹ ਅੰਦੋਲਨਜੀਵੀ ਪੈਦਾ ਹੋ। ਉਹਨਾਂ ਨੂੰ ਅੰਦੋਲਨਜੀਵੀ ਤੇ ਪਰਜੀਵੀ ਕਿਹਾ। ਇਹ ਜੇ ਪਰਜੀਵੀ ਦੀ ਜੇ ਡਿਕਸ਼ਨਰੀ ਮੈਨੇ ਦੇਖੀਏ ਤਾਂ ਬਹੁਤ ਮੈਂ ਸਮਝਦਾ ਡੈਰੋਗੇਟਰੀ ਨੇ ਇਹ, ਲੇਕਿਨ ਚਲੋ ਮੰਨ ਲਓ ਇਹ ਅੰਦੋਲਨਜੀਵੀ ਇਹਨਾਂ ਦਾ ਮੰਨ ਲਈਏ, ਉਹਨੂੰ ਅਸੀਂ ਛੱਡ ਵੀ ਦਈਏ। ਮੋਦੀ ਸਾਹਿਬ ਇਹ ਜਿਹੜੀਆਂ ਗੱਲਾਂ, ਤੁਹਾਡੇ ਵੀ ਤਾਂ ਇੰਨੇ ਅੰਦੋਲਨ, ਜਦੋਂ ਤੁਸੀਂ 3-4 ਸੀ ਉਦੋਂ ਅੰਦੋਲਨ ਹੀ ਕਰਦੇ ਸੀ। ਲੋਕਤੰਤਰ ਦੇ 'ਚ ਅੰਦੋਲਨ ਤਾਂ ਹਿੱਸਾ ਹੈ ਲੋਕਤੰਤਰ ਦਾ, ਤੇ ਇਹਨਾਂ ਨੂੰ ਤੁਸੀਂ ਇਹ ਕਹਿੰਦੇ ਹੋ ਕਿ ਅੰਦੋਲਨ ਜੀਵੀ, ਤੇ ਜਿਨ੍ਹਾਂ ਤੇ ਤੁਹਾਡੇ ਇਸ਼ਾਰੇ ਨੇ ਉਹ ਜਿਹੜੇ ਬਾਹਰੋਂ ਸਪੋਰਟ ਕਰਦੇ ਨੇ ਉਹ ਤੁਹਾਡੀਆਂ ਗੱਲਾਂ ਨੂੰ ਸਮਝ ਰਹੇ ਨੇ। ਤੇ ਸਭ ਤੋਂ ਜ਼ਿਆਦਾ ਇਤਰਾਜ਼ ਤੁਹਾਡਾ ਲੋਕਾਂ ਨੂੰ ਇਸੇ ਗੱਲ ਤੇ ਹੋਇਆ ਕਿ ਤੁਸੀਂ ਜਿਹੜੇ ਮੇਜ਼ ਥਪਥਪਾ ਰਹੇ ਸੀ, ਤੁਹਾਡੇ ਸਪੋਰਟਰ ਜਿਨ੍ਹਾਂ ਨੂੰ ਤੁਸੀਂ ਬੁਲਾਇਆ ਸੀ ਵਿਪ ਜਾਰੀ ਕਰਕੇ ਜ਼ਰੂਰ ਆਉਣਾ ਹੈ ਮੇਜ਼ ਥਪਥਪਾਉਣ ਲਈ ਹਰ ਗੱਲ ਤੇ, ਉਹਨਾਂ ਨੇ ਇਹ ਤੇ ਵੀ ਮੇਜ਼ ਥਪਥਪਾਏ, ਲੇਕਿਨ ਇਹ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਹੋਈ। ਇੱਕ ਹੋਰ ਐਸੀ ਗੱਲ ਕੀਤੀ ਮੋਦੀ ਸਾਹਿਬ ਨੇ, ਉਹ ਕਹਿੰਦੇ FDI, ਵੈਸੇ FDI ਹੁੰਦੇ ਫੋਰਨ ਜਿਹੜੀ ਹੈ ਇਨਵੈਸਟਮੈਂਟ ਦੀ ਗੱਲ ਹੁੰਦੀ ਹੈ, ਡਾਇਰੈਕਟ ਇਨਵੈਸਟਮੈਂਟ ਜਿਹੜੀ ਹੁੰਦੀ ਹੈ ਫੰਡ ਦੀ। ਤਾਂ ਉਹਦੇ ਵਿੱਚ ਹੁਣ ਇਹਨਾਂ ਨੇ ਕਿਹਾ ਕਿ ਜਿਹੜੇ ਫੋਰਨ ਤੋਂ ਹਰਿਆਣਾ ਜਾਂ ਗ੍ਰੇਟਾ ਜਾਂ ਉਹਦੇ ਹਵਾਲੇ ਨਾਲ ਜਿਹੜਾ ਉੱਥੋਂ ਡਿਸਟਰਬੈਂਸ ਹੋ ਰਹੀ ਹੈ, ਜਿਹੜੀ ਫੋਰਨ ਡਿਸਟਰਬੈਂਸ ਹੈ, ਫੋਰਨ ਜਿਹੜੀ ਡਿਸਟਰਬੈਂਸ ਦੇ ਹਵਾਲੇ ਨਾਲ ਜਿਹੜੀ ਗੱਲ ਕੀਤੀ, ਇਹ ਤੇ ਵੀ ਲੋਕਾਂ ਨੂੰ ਇਤਰਾਜ਼ ਹੈ ਕਿਉਂਕਿ ਸਿੱਧਾ ਅਟੈਕ ਬਹੁਤ ਸਾਰੇ ਭਾਰਤੀ ਡਾਇਸਪੋਰੇ ਤੇ ਹੁੰਦਾ ਹੈ। ਤਾਂ ਹੁਣ ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ ਤਾਂ ਮੈਂ ਦੇਖ ਰਿਹਾ ਸੀ ਕਿ ਤੁਹਾਡਾ 84 ਬਾਰੇ ਗੱਲ ਕਰਨੀ, ਉਦੋਂ ਤੁਹਾਨੂੰ ਨਹੀਂ ਯਾਦ ਆਇਆ LK ਅਡਵਾਨੀ? ਉਹਨੇ ਖੁਦ ਕਿਹਾ ਕਿ ਅਸੀਂ
ਅਟੈਕ ਕਰਵਾਇਆ ਹੈ, ਅਸੀਂ ਮਜਬੂਰ ਕੀਤਾ ਇੰਦਰਾ ਗਾਂਧੀ ਨੂੰ। ਉਦੋਂ ਕਿੱਥੇ ਜਾਂਦੇ ਹੋ? 84 ਚ ਜੋ ਕੁਝ ਦਿੱਲੀ ਚ ਹੋਇਆ, ਤੁਹਾਡੇ ਬੰਦੇ ਵੀ ਉਹਦੇ ਚ ਬੈਠੇ ਨੇ, ਇਹ ਵੀ ਦੱਸਣਾ ਸੀ। ਤਾਂ ਖਾਸ ਤੌਰ ਤੇ ਮੈਂ ਜਿਹੜੀ ਗੱਲ ਕਹਿਣਾ, ਜਦੋਂ ਤੁਸੀਂ ਕਹਿੰਦੇ ਹੋ ਕਾਂਗਰਸ, ਜਿਹੜੀ ਅੱਜ ਦੇ ਲੈਕਚਰ ਚ ਕਿਹਾ, ਕਾਂਗਰਸ ਇਹ ਚਾਹੁੰਦੀ ਸੀ ਮੋਦੀ ਸਾਹਿਬ, ਸੁਸ਼ਮਾ ਸਵਰਾਜ ਦਾ, ਅਰੁਣ ਜੇਤਲੀ ਦਾ ਇਹ ਜਿਹੜਾ ਲੈਕਚਰ ਵੀਡੀਓ ਜਿਹੜੀ ਇਹਦੀ ਵਾਇਰਲ ਹੋ ਰਹੀ ਹੈ, ਜਿਹਦੇ ਚ ਸੁਸ਼ਮਾ ਇਹ ਕਹਿ ਰਹੀ ਹੈ ਕਿ ਆੜਤੀਏ ਦਾ ਸਾਡਾ ਤਾਂ ਸਦੀਆਂ ਤੋਂ ਰਿਸ਼ਤਾ ਹੈ, ਸਾਡਾ ਉਹ ਤਾਂ ਸਾਡਾ ਤੁਰਦਾ ਫਿਰਦਾ ਏਟੀਐਮ ਹੈ। ਉਦੋਂ ਤੁਸੀਂ ਕਿੱਥੇ ਗਏ ਸੀ? ਤੁਹਾਡਾ ਅਰੁਣ ਜੇਤਲੀ ਕੀ ਕਹਿ ਰਿਹਾ ਸੀ? ਤੁਸੀਂ ਆਪਣੇ ਲੈਵਲ ਤੇ ਬਸ ਆਪਦੇ ਇੱਕ ਕਰਦੇ ਹੋ। ਤੁਸੀਂ ਹੁਣ ਤੁਸੀਂ ਕਿਹਾ ਕਿ ਸਿੱਖਾਂ ਦਾ ਆਦਰ ਕਰਨਾ ਚਾਹੀਦਾ। ਗੁਜਰਾਤ 'ਚ ਤੁਸੀਂ ਸਿੱਖਾਂ ਦਾ ਕਿੰਨਾ ਕੁ ਆਦਰ ਕੀਤਾ? ਗੁਜਰਾਤ ਦੇ ਸਿੱਖਾਂ ਤੇ ਤਾਂ ਤੁਸੀਂ ਕੇਸ ਕੀਤਾ, ਹਾਈ ਕੋਰਟ ਨੇ ਉਹ ਕੀਤਾ, ਉਹਨਾਂ ਨੂੰ ਤੁਸੀਂ ਜਾੜਨ ਲੱਗੇ ਹੋ। ਤੇ ਉਹ ਕਹਿੰਦੇ ਜਿੰਨਾ ਆਦਰ ਕੀਤਾ ਥੋੜਾ, 2 ਮਿੰਟ ਤੁਸੀਂ ਪੱਗ ਨਹੀਂ ਰੱਖ ਸਕਦੇ। ਦੇਖੋ, ਇਹ ਚਾਹੇ ਤੁਸੀਂ ਜੋ ਮਰਜ਼ੀ ਕਿਹਾ, ਲੇਕਿਨ ਲੋਕਾਂ ਨੂੰ ਆਸ ਸੀ ਤੁਸੀਂ ਇਸ ਕਾਨੂੰਨਾਂ ਬਾਰੇ ਕੋਈ ਨਾ ਕੋਈ ਸੱਦਾ ਦਿਓਗੇ। ਸੱਦਾ ਜੀ ਉਹਨਾਂ ਨੇ ਦਿੱਤਾ। ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸੱਦਾ ਮੋਦੀ ਸਾਹਿਬ ਨੇ ਦਿੱਤਾ ਕਿ ਅੰਦੋਲਨਕਾਰੀ ਜਿਹੜੇ ਨੇ ਨਾ, ਇੱਕ ਤਾਂ ਬਜ਼ੁਰਗਾਂ ਦਾ ਖਿਆਲ ਰੱਖਣ, ਉਹਨਾਂ ਨੂੰ ਵਾਪਸ ਭੇਜ ਦੇਣ। ਹੁਣ ਤੁਹਾਨੂੰ ਯਾਦ ਹੈ ਹਲੇ ਵੀ 200 ਬੰਦਾ ਤੁਰ ਚੁੱਕਿਆ ਹੈ। ਮੋਦੀ ਸਾਹਿਬ ਨੇ ਇੱਕ ਅੱਖਰ ਨਹੀਂ ਕਿਹਾ ਕਿ 200 ਬੰਦਾ ਇੱਥੋਂ ਜਾ ਚੁੱਕਿਆ ਹੈ। ਬਜ਼ੁਰਗਾਂ ਦਾ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਬੜਾ ਖਿਆਲ ਹੈ। ਤੇ ਦੂਜੀ ਗੱਲ, ਅੰਦੋਲਨ ਵਾਪਸ ਲੈ ਲਓ। ਤੀਜੀ ਗੱਲ, ਆਪਾਂ ਦੇਖ ਲਈਏ ਕਹਿੰਦਾ ਸੁਧਾਰ, ਜੋ ਰਾਜਨਾਥ ਸਿੰਘ ਨੇ ਪਹਿਲਾਂ ਕਿਹਾ ਸੀ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮੈਂ ਇੱਥੋਂ ਸੱਦਾ ਦਿੰਦਾ। ਤੇ MSP ਬਾਰੇ ਵੀ ਉਹਨਾਂ ਨੇ ਕਿਹਾ ਕਿ ਮੈਂ ਇੱਥੋਂ ਬੋਲ ਰਿਹਾ। ਮੋਦੀ ਸਾਹਿਬ, ਤੁਸੀਂ ਜੋ ਵੀ ਬੋਲੇ, ਤੁਹਾਡੇ ਇਸ ਭਾਸ਼ਣ ਤੇ ਲੋਕਾਂ ਨੂੰ ਹੋਈ ਹੈ ਨਿਰਾਸ਼ਾ। ਤੇ ਖਾਸ ਤੌਰ ਤੇ ਜਿਹੜੀ ਨਿਰਾਸ਼ਾ ਹੋਈ ਹੈ ਨਾ, ਉਹ ਹੋਈ ਹੈ ਇਹਨਾਂ ਨੂੰ, ਕਿਸਾਨਾਂ ਨੂੰ। ਜਿਸ ਤਰੀਕੇ ਨਾਲ ਕਿਸਾਨਾਂ ਨੂੰ ਆਸ ਸੀ ਵੀ ਹੁਣ ਤਾਂ ਕੋਈ ਗੱਲ ਕਰ ਲਓਗੇ ਮਤਲਬ ਦੀ, ਪਰ ਉਹ ਨਹੀਂ ਹੋਈ। ਮੋਦੀ ਸਾਹਿਬ ਇਸ ਤਰੀਕੇ ਨਾਲ, ਜਿਸ ਤਰੀਕੇ ਨਾਲ ਤੁਹਾਡੇ ਤੇ ਕਿਹਾ, ਚਲੋ ਕਹਦੇ ਵੀ ਚਲੋ ਮੰਨ ਲੈਣੇ ਤੁਹਾਡੀ ਗੱਲ, ਤਾਂ ਇਹ ਗੱਲ ਰਾਕੇਸ਼ ਟਕੈਤ ਦੀ ਬਿਲਕੁਲ ਠੀਕ ਹੈ ਕਿ MSP ਅਸੀਂ ਤਾਂ ਕਹੀ ਨਹੀਂ ਕਿ ਤੁਸੀਂ ਖਤਮ ਕਰ ਰਹੇ ਹੋ, ਅਸੀਂ ਤਾਂ ਕਹਿੰਦੇ ਕਿ ਇਹਨੂੰ ਕਾਨੂੰਨੀ ਗਰੰਟੀ ਦਿਓ। ਇਹ ਗੱਲ ਤੇ ਤੁਸੀਂ ਕਿਉਂ ਨਹੀਂ ਆਉਂਦੇ? ਤੇ ਫਿਰ ਤੁਸੀਂ ਜਿਨ੍ਹਾਂ ਨੂੰ ਅੰਦੋਲਨ ਜੀਵੀ ਕਹਿੰਦੇ ਹੋ, ਉਹ ਫਿਰ ਜਿਹੜੇ ਲੋਕ ਇਹਨਾਂ ਦੀ ਸਪੋਰਟ ਕਰ ਰਹੇ ਨੇ, ਉਹਨਾਂ ਬਾਰੇ ਵੀ ਤੁਹਾਨੂੰ ਸੋਚ ਕੇ ਬੋਲਣਾ ਚਾਹੀਦਾ ਸੀ। ਇੱਕ ਪ੍ਰਧਾਨ ਮੰਤਰੀ ਦੇ ਲੈਵਲ ਦਾ ਬੰਦਾ ਇਸ ਤਰ੍ਹਾਂ ਠੀਕ ਨਹੀਂ ਲੱਗਦਾ। ਸੱਦੇ ਤੋਂ ਬਾਅਦ ਪਹਿਲੇ ਦਰਸ਼ਕੋ, ਜਿਹੜਾ ਕਈ ਕਿਸਮ ਦੇ ਰਿਐਕਸ਼ਨ ਆਏ, ਉਹਨਾਂ ਦਾ ਆਪਾਂ ਜ਼ਿਕਰ ਕਰਦੇ ਹਾਂ, ਲੇਕਿਨ ਇੱਕ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਦੇਖੋ, ਮੋਦੀ ਸਾਹਿਬ ਦੇ ਭਾਸ਼ਣ ਚੋਂ ਨਿਕਲਿਆ ਕੁਛ ਨਹੀਂ, ਸੱਦਾ ਜ਼ਰੂਰ ਨਿਕਲਿਆ। ਤੇ ਉਸ ਸੱਦੇ ਦਾ ਪ੍ਰਤੀਕਰਮ ਇਹ ਹੈ ਕਿ ਕੱਲ ਭਾਰਤੀ ਕਿਸਾਨ ਯੂਨੀਅਨ ਜਿਹੜਾ ਸੰਯੁਕਤ ਮੋਰਚਾ ਹੈ, ਉਹਦੇ ਸਪੋਕਸਮੈਨ ਜਿਹੜੇ ਸ਼ਿਵ ਕੁਮਾਰ ਕੱਕਾ ਨੇ ਕਿਹਾ ਜੀ ਠੀਕ ਹੈ, ਅਸੀਂ ਤਿਆਰ ਬੈਠੇ ਹਾਂ, ਸੱਦਾ ਦਿਓ, ਤਰੀਕ ਦੱਸੋ, ਅਸੀਂ ਗੱਲਬਾਤ ਲਈ ਤਿਆਰ ਹਾਂ। ਹਾਲਾਂਕਿ ਏਜੰਡਾ ਜਿਹੜਾ ਹੈ ਉਹਦਾ ਜ਼ਿਕਰ ਨਹੀਂ ਕੀਤਾ। ਏਜੰਡਾ ਪਤਾ ਹੀ ਹੈ, MSP ਤੇ ਕਾਨੂੰਨ ਬਣਾਉਣਾ ਤੇ ਇਹ ਤਿੰਨੇ ਕਾਨੂੰਨ ਵਾਪਸ ਲੈਣੇ, ਇਹ ਕਿਹਾ। ਤੇ ਲਗਭਗ ਸਭ ਨੇ ਕਿਹਾ ਮੋਦੀ ਸਾਹਿਬ ਤੁਸੀਂ ਨਾਲ ਜਾਓ, ਜਿਸ ਤਰੀਕੇ ਨਾਲ ਤੁਸੀਂ ਆਪਣੇ ਭਾਸ਼ਣ 'ਚ ਇਹ ਗੱਲਾਂ ਉਲਝਾ ਕੇ ਕਹਿ ਰਹੇ ਹੋ, ਇਹ ਚੰਗੀ ਗੱਲ ਨਹੀਂ। ਤੁਸੀਂ ਇਸ ਤਰ੍ਹਾਂ ਮਜ਼ਾਕ ਨਾ ਉਡਾਓ ਕਿਸਾਨਾਂ ਦਾ, ਇਹਨਾਂ ਨੂੰ ਇਹ ਕਹਿ ਕੇ ਕਿ ਅੰਦੋਲਨ ਜੀਵੀ ਨੇ। ਦੇਖੋ, ਜਿਸ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਨੇ, 2 ਖਬਰਾਂ ਵਿੱਚ ਬੜੀਆਂ ਇੰਪੋਰਟੈਂਟ ਨੇ ਮੋਦੀ ਸਾਹਿਬ। ਪਹਿਲੀ ਤੇ ਅੱਜ ਕੁਰਕਸ਼ੇਤਰਾ ਦੇ ਵਿੱਚ ਮਹਾਪੰਚਾਇਤ ਹੋ ਰਹੀ ਹੈ, ਪਹਿਲਾਂ ਜੀਂਦ 'ਚ ਹੋਈ, ਤੁਸੀਂ ਫਿਰ ਚਰਖਾ ਦਾਦਰੀ 'ਚ ਹੋਈ। ਤੁਸੀਂ ਇਹ ਦੇਖੋ, ਯੂਪੀ ਤੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਤੇ ਖਾਪਾਂ ਦੀਆਂ ਮਹਾਪੰਚਾਇਤਾਂ ਜਿਸ ਤਰੀਕੇ ਨਾਲ ਲਾਮਬੰਦੀ ਕਰ ਰਹੀਆਂ ਨੇ, ਤੁਸੀਂ ਪੁੱਛ ਕੇ ਤਾਂ ਦੇਖੋ ਆਪਣੇ ਪੁਰਾਣੇ ਸਾਥੀ ਨੂੰ, ਜਿਹਨੂੰ ਤੁਸੀਂ RSS ਦੀ ਸ਼ਾਖਾ 'ਚ ਮਿਲੇ ਸੀ ਜਦੋਂ ਤੁਸੀਂ ਪੰਜਾਬ 'ਚ ਹੁੰਦੇ ਸੀ। ਉਦੋਂ ਬਾਅਦ ਤੁਸੀਂ ਉਹਨੂੰ ਮੁੱਖ ਮੰਤਰੀ ਬਣਾਤਾ, ਜਿਹਦਾ ਉਹਨੇ ਕਦੇ ਸੁਪਨਾ ਨਹੀਂ ਲਿਆ ਸੀ। ਉਹਨੂੰ ਪੁੱਛ ਕੇ ਦੇਖੋ, ਹੈ ਤਾਂ ਤੁਹਾਡੇ ਵਰਗਾ ਹੀ। ਤੇ ਪਰ ਠੀਕ ਹੈ, ਛੜਾ ਛੜਾਂਗ ਬੰਦਾ ਵੀ ਤਾਂ ਸੇਵਾ ਕਰ ਸਕਦਾ ਹੈ। ਲੇਕਿਨ ਜਿਸ ਤਰੀਕੇ ਨਾਲ ਉਹਨੇ ਪੰਜਾਬੀਆਂ ਨੂੰ ਨਿਰਾਸ਼ ਕੀਤਾ ਹੈ 26 ਤੇ 25 ਤਰੀਕ ਨੂੰ ਜਦੋਂ ਦਿੱਲੀ ਵੱਲ ਜਾ ਰਹੇ ਸੀ, ਤੇ ਹੁਣ ਤਾਂ ਉਹਦੇ ਹਰਿਆਣਵੀ ਉਹ ਤਾਂ ਬਹੁਤ ਨਿਰਾਸ਼ ਨੇ। ਕੱਲ ਉਹਨਾਂ ਨੂੰ ਵੀ ਵੰਡ ਦਿੱਤਾ ਗਿਆ ਕਿਤੇ। ਐਨੀਵੇ, ਮੈਂ ਇਹ ਗੱਲ ਕਹਿਣਾ ਕਿ ਜਿਹੜੀ ਕੁਰਕਸ਼ੇਤਰ ਦੇ ਵਿੱਚ ਅੱਜ ਮਹਾਪੰਚਾਇਤ ਹੋ ਰਹੀ ਹੈ, ਉੱਥੇ ਵੀ ਰਾਕੇਸ਼ ਜਿਹੜਾ ਹੈ ਟਕੈਤ ਜਾ ਰਿਹਾ, ਉੱਥੇ ਵੀ ਬਲਵੀਰ ਸਿੰਘ ਰਾਜੇਵਾਲ ਜਾ ਰਿਹਾ ਹੈ। ਗੁਰਨਾਮ ਸਿੰਘ ਚੜੂਨੀ ਦਾ ਏਰੀਆ, ਗੁਰਨਾਮ ਸਿੰਘ ਉਹ ਬੰਦਾ ਜਿਹਨੇ 25 ਤਰੀਕ ਨੂੰ ਸਭ ਤੋਂ ਪਹਿਲਾਂ ਬੈਰੀਕੇਡ ਤੋੜੇ ਸੀ।
ਉਹ ਸਾਰੇ ਬੰਦੇ ਆ ਇਕੱਠ ਜਿਹੜਾ ਦੇਖ ਰਹੇ ਹੋ ਮਹਾਪੰਚਾਇਤਾਂ 'ਚ ਹੋ ਰਿਹਾ ਹੈ, ਇਹ ਸਾਰੀ ਲਾਮਬੰਦੀ ਜਿਹੜੀ ਹੈ ਮੋਦੀ ਸਾਹਿਬ ਤੁਹਾਡੇ ਖਿਲਾਫ ਹੋ ਰਹੀ ਹੈ। ਜਿਹਨੂੰ ਤੁਸੀਂ ਮਜ਼ਾਕ ਉਡਾਇਆ ਵੀ ਜੋ ਮਰਜ਼ੀ ਕਰ ਲਓ, ਮੇਰੇ ਗੱਲ ਪਾ ਦਿਓ, ਮੇਰੇ ਅਕਾਊਂਟ 'ਚ ਪਾ ਦਿਓ, ਜਿਹੜੀ ਆਲੋਚਨਾ, ਇਹ ਗੱਲਾਂ ਇੱਥੇ ਇਸ ਤਰ੍ਹਾਂ ਕਰਨ ਵਾਲੀਆਂ ਨਹੀਂ ਸੀ। ਜਿਸ ਕਿਸਮ ਦਾ ਤੁਸੀਂ ਮੇਜ਼ ਥੱਪ ਪਾਉਣ ਲਈ ਜਿਹੜਾ ਹੈ ਇਸ ਤਰ੍ਹਾਂ ਦੇ ਸੰਵਾਦ ਡਾਇਲਾਗ ਬੋਲੇ, ਸੱਚਮੁੱਚ ਹੀ ਤੁਹਾਡੇ ਲੈਕਚਰ ਤੋਂ ਨਿਰਾਸ਼ਾ ਹੋਈ। ਅਗਲੀ ਗੱਲ, ਇਹ ਖਾਪ ਪੰਚਾਇਤ ਜਿਹੜੀ ਹੋ ਹੀ ਰਹੀ ਹੈ, ਇਹਦੇ ਨਾਲ ਲਾਮਬੰਦੀ ਹੋ ਰਹੀ ਹੈ, ਥਾਂ ਤੇ ਪੰਚਾਇਤਾਂ ਹੋ ਰਹੀਆਂ ਨੇ। ਮੈਂ ਗਿਣ ਰਿਹਾ ਸੀ, ਛੋਟੀਆਂ ਵੱਡੀਆਂ ਪੰਚਾਇਤਾਂ ਦੀ ਗਿਣਤੀ 25 ਤੋਂ ਉੱਤੇ ਹੋ ਚੁੱਕੀ ਹੈ ਹੁਣ, ਤੇ ਲੱਖਾਂ ਦੀ ਗਿਣਤੀ 'ਚ ਲੋਕ ਜੁੜੇ ਹੋਏ ਨੇ ਹੁਣ ਇਹਨਾਂ ਪੰਚਾਇਤਾਂ ਦੇ। ਜਿਹੜੇ ਲੋਕ ਇੱਥੇ ਆ ਜਾਂਦੇ ਨੇ ਉਹ ਫਿਰ ਤੁਹਾਡੇ ਵਿਰੋਧ 'ਚ ਦਿੱਲੀ ਵੀ ਜਾਂਦੇ ਨੇ। ਸਿੰਘੂ ਬਾਰਡਰ ਤੇ ਅੱਗੇ ਨਾਲੋਂ ਕਿਤੇ ਜਿਹੜਾ ਹੈ ਇਕੱਠ ਵੱਧ ਗਿਆ, ਉਹਦੇ ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ। ਅੱਜ ਪੰਜਾਬ ਦੀ ਯੂਥ ਕਾਂਗਰਸ ਨੇ ਵੀ ਕੁਝ ਕਰਨਾ ਹੈ। ਕੀ ਕਰਨਾ? ਸੰਸਦ ਘੇਰਨੀ ਹੈ। ਸੱਦਾ ਸੰਸਦ ਘੇਰਨ ਦਾ ਹੈ। ਔਰ ਗੱਲ ਇਹ ਵੀ ਹੈ ਕਿ ਦਾਅਵਾ ਇਹ ਕੀਤਾ ਯੂਥ ਕਾਂਗਰਸ ਵੱਲੋਂ ਕੀਤਾ ਗਿਆ ਕਿ ਅਸੀਂ ਤਾਂ ਪਹੁੰਚ ਚੁੱਕੇ ਹਾਂ ਦਿੱਲੀ, ਤੇ ਜੇ ਟਕਰਾਓ ਹੁੰਦਾ ਕਿਸੇ ਕਿਸਮ ਦਾ ਤਾਂ ਜ਼ਿੰਮੇਵਾਰੀ ਜਿਹੜੀ ਹੈ ਸਰਕਾਰ ਦੀ ਹੋ। ਦੇਖੋ, ਸੰਸਦ ਘੇਰਨੀ ਇੱਕ ਸੰਕੇਤ ਹੁੰਦਾ ਹੈ। ਸੰਸਦ ਘੇਰ ਕੇ ਇਹਨਾਂ ਨੇ ਕੁਛ ਇਹ ਤਾਂ ਨਹੀਂ ਕਰਨਾ, ਲੇਕਿਨ ਸੰਸਦ ਵੱਲ ਜਾਣ ਨਹੀਂ ਦੇਣਾ। ਸੰਸਦ ਵੱਲ ਜਾਣ ਤੋਂ ਪੁਲਿਸ ਨੇ ਰੋਕਣਾ, ਪੁਲਿਸ ਨੇ ਰੋਕਣਾ, ਟਕਰਾਓ ਹੋਣਾ, ਫਿਰ ਜਲ ਤੋਂ ਚੱਲਣਗੀਆਂ, ਫਿਰ ਲਾਠੀ ਚਾਰਜ ਹੋ ਸਕਦਾ, ਬਹੁਤ ਕੁਝ ਹੋ ਸਕਦਾ, ਸੱਟਾਂ ਵੀ ਲੱਗ ਸਕਦੀਆਂ ਨੇ, ਖਬਰਾਂ ਬਣ ਸਕਦੀਆਂ ਨੇ, ਸਾਰੀ ਦੁਨੀਆ 'ਚ ਖਬਰਾਂ ਜਾਣਗੀਆਂ। ਮੋਦੀ ਸਾਹਿਬ, ਇਹ ਕੀ ਹੋ ਰਿਹਾ ਦੇਸ਼ ਦੇ ਵਿੱਚ? ਸਾਰੇ ਦੇਸ਼ ਦੇ ਵਿੱਚ ਕਦੇ ਚੱਕਾ ਜਾਮ ਹੋ ਰਿਹਾ, ਕਦੇ ਇਹ ਕੁਝ ਹੋ ਰਿਹਾ, ਤੇ ਅੱਜ ਕਿਰਪਾ ਕਰਕੇ ਰੱਖੋ ਦਿੱਲੀ ਪੁਲਿਸ ਜਿਹੜੀ ਸਿੱਧੀ ਤੁਹਾਡੇ ਅੰਡਰ ਹੈ, ਉਹਨੂੰ ਕਹੋ ਕਿਸੇ ਤਰੀਕੇ ਨਾਲ ਅੱਜ ਟਕਰਾਓ ਤੋਂ ਬਚਣ। ਨੌਜਵਾਨ ਉਹੀ ਨੇ ਜਿਨ੍ਹਾਂ ਬਾਰੇ ਤੁਸੀਂ ਸਭ ਤੋਂ ਪਹਿਲਾਂ ਕਿਹਾ ਸੀ ਕਿ ਟਰੈਕਟਰ ਜਲਾਉਣਾ ਜਿਹੜਾ ਹੈ ਇਹ ਚੰਗੀ ਗੱਲ ਨਹੀਂ। ਇਹ ਉਹੀ ਬੰਦੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਟਰੈਕਟਰ ਨੂੰ ਅੱਗ ਲਾਈ ਸੀ ਤੇ ਇਸੇ ਏਰੀਆ 'ਚ ਲਾਈ ਸੀ ਜਿਹਨੂੰ VIP ਏਰੀਆ ਕਹਿੰਦੇ ਨੇ। ਅੱਜ ਉਹ ਇਕੱਠ ਕਰ ਰਹੇ ਨੇ, ਕੁਰੂਕਸ਼ੇਤਰ 'ਚ ਕਿਸਾਨ ਇਕੱਠ ਕਰ ਰਹੇ ਨੇ, ਇੱਥੇ ਨੌਜਵਾਨ ਇਕੱਠ ਕਰ ਰਹੇ ਨੇ। ਇਹੋ ਜਿਹਾ ਕੁਝ ਚੱਲ ਰਿਹਾ। ਹਾਲੇ ਤੁਸੀਂ ਕਹਿੰਦੇ ਹੋ ਇਹ ਅੰਦੋਲਨ ਜੀਵੀ ਇਹ ਕੰਮ ਕਰ ਰਹੇ ਨੇ। ਅੱਗੇ ਵਧੀਏ, ਉੱਤਰਾਖੰਡ ਦੀ ਖਬਰ ਵੀ ਲੈ ਲਈਏ। ਬਹੁਤ ਮਾੜਾ ਹੋਇਆ ਤੇ ਹੋਣਾ ਹੀ ਹੈ। ਜਿਵੇਂ ਅਸੀਂ ਲੱਗੇ ਹੋਏ ਹਾਂ, ਮੈਂ ਸਮਝਦਾ ਇਹ ਕੁਦਰਤੀ ਆਫਤਾਂ ਨੂੰ ਸੱਦਾ ਤਾਂ ਅਸੀਂ ਆਪ ਦਿੰਦੇ ਹਾਂ। ਗਲੇਸ਼ੀਅਰ ਪਿਘਲ ਰਹੇ ਨੇ, ਬਹੁਤ ਸਾਰੇ ਇਹ ਵੀ ਆਇਆ ਕਿ ਬਹੁਤ ਸਾਰੇ ਛੋਟੇ ਛੋਟੇ ਟਾਪੂ ਜਿਹੜੇ ਨੇ ਉਹ ਖਤਮ ਹੋ ਜਾਣਗੇ, ਛੋਟੇ ਦੇਸ਼ ਖਤਮ ਹੋ ਜਾਣਗੇ। ਮਾਲਦੀਵ ਵਰਗੇ ਦਾ ਨਾਂ ਆਉਂਦਾ ਕਿ ਨਕਸ਼ੇ 'ਚ ਚਲੇ ਜਾਣਗੇ। ਇੰਨਾ ਪਾਣੀ ਦਾ ਪੱਧਰ ਸਮੁੰਦਰ ਦਾ ਵਧਣਾ ਜਦੋਂ ਗਲੇਸ਼ੀਅਰ ਜਿਹੜੇ ਪਿਘਲਣੇ ਨੇ। ਹੁਣ ਇਹ ਗਲੇਸ਼ੀਅਰ ਤਪੋਵਨ ਜਿਹੜਾ ਹੈ ਉਹਦੇ 'ਚ ਕੁਝ ਹੋਇਆ। ਤਪੋਵਨ ਸੁਰਗ 'ਚ ਹਾਲੇ ਵੀ ਲੋਕ 30-35 ਪੱਕੀ ਗਿਣਤੀ ਕਿਸੇ ਨੂੰ ਨਹੀਂ ਪਤਾ ਫਸੇ ਹੋਏ ਨੇ। 26 ਲਾਸ਼ਾਂ ਮਿਲੀਆਂ ਨੇ, 197 ਬੰਦੇ ਹਾਲੇ ਵੀ ਲਾਪਤਾ ਨੇ। ਹੁਣ ਤਾਂ ਹਾਲ ਇਹ ਹੋਇਆ ਕਿ UN ਨੂੰ ਵੀ ਕਹਿਣਾ ਪਿਆ। UN ਦੇ ਜਿਹੜੇ ਸਕੱਤਰ ਜਨਰਲ ਨੇ ਗੁਟਰੇਸ, ਉਹਨਾਂ ਨੇ ਕਿਹਾ ਕਿ ਅਸੀਂ ਕਰੀਏ ਮਦਦ, ਆਈਏ ਅਸੀਂ। ਧਰਮਿੰਦਰ ਰਾਵਤ ਕਹਿੰਦਾ ਅਸੀਂ ਪਹਿਲਾਂ ਜਾਨਾਂ ਬਚਾਈਏ। ਨੁਕਸਾਨ ਤਾਂ ਖੈਰ ਬਹੁਤ ਹੋਇਆ, 1500 ਕਰੋੜ ਤੋਂ ਉੱਤੇ ਦਾ ਨੁਕਸਾਨ ਹਾਲ ਦੀ ਘੜੀ ਹੈ। 2 ਜਿਹੜੇ ਪ੍ਰੋਜੈਕਟ ਸੀ ਉਹ ਤਾਂ ਬਿਲਕੁਲ ਹੀ ਖਤਮ ਹੋ ਗਏ। ਸੋ ਇਸ ਤਰੀਕੇ ਨਾਲ ਉੱਥੋਂ ਦੇ ਹਾਲਾਤ ਬਣੇ ਹੋਏ ਨੇ ਜਿਹੜੇ ਅਸੀਂ ਦੇਖ ਰਹੇ ਹਾਂ। ਜੇ ਇਹ ਜਿਹੜਾ ਕੁਝ ਚੱਲ ਰਿਹਾ ਸਾਰੀ ਦੁਨੀਆ ਦੇ ਵਿੱਚ, ਇਹ ਇੱਕ ਮਸਲਾ, ਵੱਡਾ ਮਸਲਾ ਹੈ ਜਿਹੜਾ ਵਾਤਾਵਰਨ ਨੂੰ ਲੈ ਕੇ ਇਹ ਗ੍ਰੇਟਾ ਜੀ ਨੇ ਕੀਤਾ। ਉਹ ਸਾਰੇ ਲੋਕ ਜਿਹੜੇ ਵਾਤਾਵਰਨ ਪ੍ਰੇਮੀ ਨੇ ਇੱਧਰ ਲੱਗੇ ਨੇ, ਪਰ ਅਸੀਂ ਕਿਉਂਕਿ ਡਿਵੈਲਪਮੈਂਟ ਕਰ ਰਹੀ ਹੈ, ਇਹ ਵੀ ਸਿੱਧੇ ਤੌਰ ਤੇ ਉਹਦੇ ਨਾਲ ਸੰਬੰਧ ਹੈ ਜਿਹੜਾ ਅਸੀਂ ਇਹ ਜਿਹੜਾ ਲਗਾਤਾਰ ਜਿਹਦੇ ਨਾਲ ਦੋ ਹੱਥ ਹੋ ਰਹੇ ਹੈ। ਵੈਸੇ ਹੋਣਾ ਤਾਂ ਉਲਟ ਚਾਹੀਦਾ ਹੈ। ਅਸੀਂ ਜੰਗਲਾਂ ਨੂੰ, ਅਸੀਂ ਇਹ ਜਿਹੜੇ ਪਹਾੜ ਨੇ, ਇਹਨਾਂ ਦੀ ਨੈਚੁਰਲ ਜਿਹੜੀ ਬਿਊਟੀ ਹੈ ਉਹਨੂੰ ਬਣਾ ਕੇ ਰੱਖੀਏ। ਇਹ ਜਿਹੜਾ ਕਲਾਈਮੇਟ ਚੇਂਜ ਹੈ ਇਹਦੇ ਕਾਰਨਾਂ ਨੂੰ ਸਮਝੀਏ, ਦਰਖਤ ਲਾਈਏ, ਬੜਾ ਕੁਝ ਕਰਨ ਦੀ ਲੋੜ ਹੈ। ਆਪਾਂ ਖਬਰਾਂ ਦੇ ਵਿੱਚ ਅੱਗੇ ਵਧੀਏ। ਹੁਣ ਖਬਰਾਂ ਦਾ ਹਾਲ ਇਹ ਹੈ ਕਿ ਸਾਰੀ ਦੁਨੀਆ 'ਚ ਜਿਹੜਾ ਵਿਰੋਧ ਹੋ ਰਿਹਾ ਉਹਦੇ ਵਿੱਚ ਜਿਹਨੂੰ ਇਹਨਾਂ ਨੇ ਕਿਹਾ ਫੋਰਨ ਡਿਸਟਰਬੈਂਸ ਵਾਲੇ ਬੰਦੇ, ਉਹ ਇਕੱਠੇ ਹੋਏ ਨੇ ਕੱਲ, ਤੇ ਉਹਨਾਂ ਨੇ ਫ੍ਰਿਜਨੋ ਦੇ ਵਿੱਚ 80 ਤੋਂ ਵੱਧ ਜਿਹੜੀਆਂ ਸਿੱਖ ਸੰਸਥਾਵਾਂ ਨੇ ਇੱਕ ਸੱਦਾ ਦਿੱਤਾ। ਕੀ ਸੱਦਾ ਦਿੱਤਾ? ਕਿ ਜਿਹੜੇ ਗੋਦੀ ਖਿਡਾਰੀ ਨੇ, ਗੋਦੀ ਜਿਹੜੇ ਕਲਾਕਾਰ ਨੇ, ਇਹ ਜੇ ਕਦੇ ਅਮਰੀਕਾ ਆਉਣਗੇ ਨਾ, ਇਹਨਾਂ ਦਾ ਅਸੀਂ ਕਰਾਂਗੇ ਵਿਰੋਧ। ਮਤਲਬ ਕੰਗਣਾ ਦਾ ਭੁੱਲ ਜੇ, ਉਹਨੂੰ ਤਾਂ ਮੈਂ ਵੀ ਸੁਜੈਸਟ ਕਰਦਾ ਕਿਤੇ ਨਾ ਜਾਵੇ ਬਾਹਰ, ਤੇ ਫਿਰ ਬੜਾ ਮੁਸ਼ਕਿਲ ਹੋ ਜੂ ਉਹਨੂੰ। ਤੇ ਦੂਜੇ ਪਾਸੇ ਆ ਜਿਹੜੇ ਸਨੀ ਦਿਓਲ, ਅਕਸ਼ੇ ਕੁਮਾਰ, ਅਜੇ ਦੇਵਗਨ ਟਾਈਪ ਬੰਦੇ ਨੇ,
ਤੇ ਹੁਣ ਇਹਨਾਂ 'ਚ 3 ਨਾਂ ਹੋਰ ਰਲ ਗਏ। ਕਿਹੜੇ ਰਲੇ? ਲਤਾ ਮੰਗੇਸ਼ਕਰ, ਸਚਿਨ ਤੰਦੂਲਕਰ, ਵਿਰਾਟ ਕੋਹਲੀ। ਇਹ ਜਿਹੜੇ ਬੰਦੇ ਨੇ ਨਾ, ਇਹਨਾਂ ਨੇ ਜਿਹੜੇ ਇਹ ਗੋਦੀ ਲੈ ਲਏ ਮੋਦੀ ਨੇ। ਇਹ ਜਿਹੜੇ ਗੋਦੀ ਲਏ ਹੋਏ ਨੇ ਮੋਦੀ ਨੇ, ਇਹ ਬੰਦਿਆਂ ਦੇ ਖਿਲਾਫ ਕੱਲ ਅਮਰੀਕਾ 'ਚ ਸਪਸ਼ਟ ਕਰ ਦਿੱਤਾ ਗਿਆ ਕਿ ਜਿੱਥੇ ਵੀ ਜਾਓਗੇ ਅਸੀਂ ਕਰਾਂਗੇ ਤੁਹਾਡਾ ਵਿਰੋਧ। ਦੂਜੇ ਉਹਨਾਂ ਨੇ ਬਿਲਕੁਲ ਸਪਸ਼ਟ ਕਿਸਾਨਾਂ ਦੀ ਹਮਾਇਤ ਕੀਤੀ। ਉਹ ਜਿਹੜੇ ਕਿਸਾਨ ਜਥੇਬੰਦੀਆਂ ਦੀ ਮਦਦ ਕਰ ਰਹੇ ਨੇ, ਖਾਲਸਾ ਏਡ ਵਰਗੀਆਂ, ਉਹਨਾਂ ਦੀ ਪ੍ਰਸ਼ੰਸਾ ਕੀਤੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਆ, ਕਿਸਾਨਾਂ ਦੇ ਨਾਲ ਆ ਔਰ ਜਿਹੜਾ ਵੀ ਕਿਸਾਨਾਂ ਦੇ ਖਿਲਾਫ ਹੈ ਉਹ ਸਾਡੇ ਖਿਲਾਫ ਹੈ। ਇਸ ਕਿਸਮ ਦੀ ਗੱਲ ਕੀਤੀ ਹੈ ਉਹ ਜਿਹੜੇ ਹੈ ਫ੍ਰਿਜਨੋ ਦੇ ਵਿੱਚ ਅਮਰੀਕਾ ਵਾਲਿਆਂ ਨੇ। ਇਹਨਾਂ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ, ਆ ਜਿਨ੍ਹਾਂ ਦੀ ਫੋਟੋ ਤੁਸੀਂ ਦੇਖ ਰਹੇ ਹੋ, ਇਹਨਾਂ ਬਾਰੇ ਮਹਾਰਾਸ਼ਟਰ ਸਰਕਾਰ ਨੇ ਹੁਣ ਆਦੇਸ਼ ਦਿੱਤੇ ਨੇ ਕਿ ਦੇਖੀਏ ਤਾਂ ਸਹੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਟਵੀਟ ਕੀਤੇ ਨੇ ਜਾਂ ਇਹਨਾਂ ਤੋਂ ਕਰਾਏ ਗਏ ਨੇ। ਉਹਦੇ ਪਿੱਛੇ ਇੱਕ ਕਾਰਨ ਹੋਰ ਵੀ ਹੈ। ਜਿਹੜੇ ਇਹਨਾਂ ਨੇ ਟਵੀਟ ਕੀਤੇ ਨੇ ਨਾ ਸਰਕਾਰ ਦੇ ਹੱਕ 'ਚ, ਉਹਨਾਂ ਦੀ ਭਾਸ਼ਾ ਇੱਕੋ ਜਿਹੀ ਲੱਗਦੀ ਹੈ। ਇਹ ਜਿਹੜਾ ਆਈਟੀ ਸੈੱਲ ਹੈ ਨਾ ਨਾਗਪੁਰ ਦਾ, ਇਹ ਇਸ ਤਰ੍ਹਾਂ ਹੀ ਕਰਦਾ ਹੈ। ਆਪ ਬਣਾ ਤੇ ਕਿਸੇ ਬੰਦੇ ਦੀ ਡਿਊਟੀ ਲਾਤੀ ਹੋਏਗੀ ਤੇ ਉੱਥੇ ਫਿਰ ਉਹਨੇ ਉਸ ਤਰ੍ਹਾਂ ਦੇ ਬਣਾਏ। ਚਲੋ ਐਨੀਵੇ, ਆਪਾਂ ਅੱਗੇ ਵਧੀਏ। ਇਹ ਤਾਂ ਜਿਹੜਾ ਹੈ ਜਦੋਂ ਇਨਵੈਸਟੀਗੇਟ ਹੋ ਗਿਆ ਪਤਾ ਲੱਗੂ। ਅਸ਼ਵਨੀ ਸ਼ਰਮਾ ਜਿਹੜਾ ਪੰਜਾਬ ਦਾ ਪ੍ਰਧਾਨ ਹੈ, ਬੁਰੀ ਤਰੀਕੇ ਨਾਲ ਉਹਦਾ ਵਿਰੋਧ ਹੋ ਰਿਹਾ ਹੈ, ਜਿਵੇਂ ਕੱਲ ਨਵਾਂ ਸ਼ਹਿਰ 'ਚ ਹੋਇਆ। ਪਿਆਰੇ ਦਰਸ਼ਕੋ, ਉੱਥੇ ਕਿਸਾਨਾਂ ਤੇ ਲਾਠੀਚਾਰਜ ਹੋਇਆ, 4 ਕਿਸਾਨ ਜ਼ਖਮੀ ਵੀ ਹੋਏ, ਪਰ ਇਹਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਇਸੇ ਤਰੀਕੇ ਨਾਲ ਆਪਾਂ ਇੱਕ ਖਬਰ ਲੈਣੀ ਹੈ ਨਵਜੋਤ ਸਿੰਘ ਸਿੱਧੂ ਦੀ। ਸਿੱਧੂ ਪ੍ਰਿयंका ਗਾਂਧੀ ਦੀ ਜਿਹੜੀ ਮੁਲਾਕਾਤ ਹੋਈ ਹੈ, ਕਿਉਂ ਹੋਈ ਹੈ, ਕੀ ਨਿਕਲੂਗਾ ਜਾਂ ਕੀ ਕਾਰਨ ਹੈ। ਤੇ ਕੇਂਦਰ ਜੀ ਦੀ ਗੱਲ ਆਪਾਂ ਹੁਣ ਕਰਕੇ ਹਟਿਆ। ਉਹਨੇ ਟਵਿੱਟਰ ਨੂੰ ਲਿਖਿਆ ਕਿ 1178 ਅਕਾਊਂਟ ਬੰਦ ਕਰੋ, ਇਹ ਖਾਲਿਸਤਾਨੀਆਂ ਦੇ ਨੇ। ਇਹਦੀ ਵੀ ਗੱਲ ਕਰਨੀ ਹੈ। ਤੇ ਗੱਲ ਆਪਾਂ ਇਹ ਵੀ ਕਰਨੀ ਹੈ, ਸਰਕਾਰ ਜੇ ਪੌਪ ਸਿੰਗਰ ਤੇ ਰਿਐਕਟ ਕਰ ਸਕਦੀ ਹੈ ਤੇ ਇਹ ਕਿਸਾਨਾਂ ਬਾਰੇ ਕਿਉਂ ਨਹੀਂ ਸੋਚਦੀ। ਇਹਦਾ ਜ਼ਿਕਰ ਅੱਗੇ ਜਾ ਕੇ ਕਰਦੇ ਹਾਂ। ਮਨਟੇਕ ਸਿੰਘ ਆਹਲੂਵਾਲੀਆ ਦੀ ਇੱਕ ਕਮੇਟੀ ਬਣਾਈ ਸੀ ਕੈਪਟਨ ਅਮਰਿੰਦਰ ਸਿੰਘ ਨੇ, ਉਹਦੀਆਂ ਸਿਫਾਰਸ਼ਾਂ ਆਪ ਹੀ ਰੱਦ ਕਰਤੀਆਂ ਆਪਦੀ ਕਮੇਟੀ ਬਣਾਈ ਦੀਆਂ। ਇਹਦਾ ਜ਼ਿਕਰ ਕਰਨਾ ਅਗਲੇ ਹਿੱਸੇ 'ਚ ਆਪਾਂ। ਔਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚੋਂ ਦਾਅਵਾ ਕੀਤਾ ਗਿਆ ਹੈ ਜਗਦੇਵ ਸਿੰਘ ਜੱਗਾ ਖਾਲਿਸਤਾਨੀ ਫੜਿਆ ਤੇ 3 ਕਿਸਾਨ ਹੋਰ ਚੱਲ ਬਸੇ ਨੇ, ਉਹਨਾਂ ਦਾ ਵੀ ਜ਼ਿਕਰ ਕਰਨਾ ਹੈ। ਔਰ ਇਹ ਵੀ ਕਰਨਾ ਕਿ ਲੋਕਲ ਬਾਡੀ ਦੀਆਂ ਚੋਣਾਂ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ। ਇਹ ਸਾਰੀਆਂ ਗੱਲਾਂ ਆਪਾਂ ਕਰਨੀਆਂ ਨੇ ਅਗਲੇ ਹਿੱਸੇ ਦੇ ਵਿੱਚ। ਔਰ ਸਮੇਤ ਸੈਣੀ ਤੇ ਉਮਰਾ ਨਗਰ ਦੀ ਜ਼ਮਾਨਤ 11 ਨੂੰ ਹੁੰਦੀ ਹੈ ਕਿ ਨਹੀਂ, ਇਹ ਸਾਰੀਆਂ ਗੱਲਾਂ ਦੇ ਲਈ ਆਪਾਂ ਜਾਵਾਂਗੇ ਅਗਲੇ ਹਿੱਸੇ ਦੇ ਵਿੱਚ। ਤੇ ਅਗਲਾ ਹਿੱਸਾ ਇੰਡੀਆ ਦੇ ਦਰਸ਼ਕ ਜਿਹੜੇ ਨੇ ਉਹ ਸੁਣ ਸਕਣਗੇ 9:40 ਤੇ ਨਾਰਥ ਅਮਰੀਕਾ ਦੇ ਦਰਸ਼ਕ ਜਿਹੜੇ ਨੇ ਉਹ ਸਾਡੇ ਨਾਲ ਜਿਹੜੇ ਇੱਥੇ ਹੁਣੀ ਜੁੜੇ ਰਹਿ ਸਕਦੇ ਨੇ। ਤੇ ਨਾਲ ਇੱਕ ਗੱਲ ਮੈਂ ਹੋਰ ਦੱਸਦਾ, YouTube ਔਰ Facebook ਤੋਂ ਇਲਾਵਾ ਜੇ ਤੁਸੀਂ ਮੇਰੀਆਂ ਇਹ ਖਬਰਾਂ ਸੁਣਨੀਆਂ ਚਾਹੁੰਦੇ ਹੋ, ਤੁਸੀਂ ਐਪਲ ਪੋਡਕਾਸਟ ਤੇ ਵੀ ਜਾ ਸਕਦੇ ਹੋ ਤੇ Spotify ਪੋਡਕਾਸਟ ਤੇ ਵੀ ਇਹ ਖਬਰਾਂ ਤੁਸੀਂ ਸੁਣ ਸਕਦੇ ਹੋ। ਲੈਂਦੇ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਦੇਖੋ, ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਰਿਹਾ ਸੀ ਕਿ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਔਰ ਲੋਕ ਇਹਨਾਂ ਨੂੰ ਨਹੀਂ ਹੁਣ ਵੜਨ ਦੇ ਰਹੇ ਸ਼ਹਿਰਾਂ ਦੇ ਵਿੱਚ, ਆਪਣੇ ਆਪਣੇ ਏਰੀਏ ਦੇ ਵਿੱਚ। ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਕੋਈ ਬੰਦਾ ਜਾਂਦਾ ਹੈ ਵੋਟ ਮੰਗਣ, ਉਹ ਕਹਿੰਦਾ ਕਿ ਤੁਸੀਂ ਸਾਡਾ ਚੋਣ ਨਿਸ਼ਾਨ ਇਹ ਹੈ, ਤੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਦੱਸਦੇ ਨੇ ਲੋਕ ਉਹਨੂੰ ਕਹਿੰਦੇ ਨੇ ਉੜ ਜਾਓ ਇੱਥੋਂ। ਇਸ ਕਿਸਮ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ। ਸੋ ਅਸ਼ਵਨੀ ਸ਼ਰਮਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਨੇ ਜਿਹੜਾ ਹੈ ਨਵਾਂ ਸ਼ਹਿਰ ਜਾਣਾ ਸੀ ਤੇ ਨਵਾਂ ਸ਼ਹਿਰ ਦਾ ਜਿਹੜਾ ਹੈ ਉੱਥੇ ਲੋਕਾਂ ਨੇ ਵਿਰੋਧ ਕੀਤਾ ਬੁਰੀ ਤਰੀਕੇ ਨਾਲ। ਪੁਲਿਸ ਨੇ ਬਹੁਤ ਸਖਤੀ ਕੀਤੀ ਤੇ ਸਖਤੀ 'ਚ ਲਾਠੀਚਾਰਜ ਵੀ ਕਰਨਾ ਪਿਆ। ਤੇ ਲਾਠੀਚਾਰਜ ਦੇ ਵਿੱਚ ਉੱਥੋਂ ਦੀ ਇਸਤਰੀ ਜਾਗਰਤੀ ਮੰਚ ਦੀ ਪ੍ਰਧਾਨ ਹੈ ਬੀਬੀ ਗੁਰਬਖਸ਼ ਕੌਰ ਸੰਘਾ ਔਰ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰ ਬੂਟਾ ਸਿੰਘ, ਇਹ ਸਾਰੇ ਉੱਥੇ ਸੀ ਅਗਵਾਈ ਕਰ ਰਹੇ। ਇਹਨਾਂ ਤੇ ਵੀ ਸੱਟਾਂ ਲੱਗੀਆਂ, ਇਹ ਵੀ ਜ਼ਖਮੀ ਹੋਏ ਨੇ। ਲੇਕਿਨ ਤੋੜ ਤੇ ਬੈਰੀਕੇਡ, ਕਿਸਾਨਾਂ ਨੇ ਤੇ ਜਾ ਕੇ ਘੇਰ ਲਿਆ ਸਮਾਗਮ ਵਾਲੀ ਥਾਂ ਨੂੰ ਤੇ ਅਸ਼ਵਨੀ ਸ਼ਰਮਾ ਨੂੰ
ਆਪਣਾ ਰੱਦ ਕਰਨਾ ਪਿਆ ਇਹ ਪ੍ਰੋਗਰਾਮ। ਇਹ ਇਕੱਲਾ ਇੱਥੇ ਨਹੀਂ, ਹੁਣ ਹਰਿਆਣਾ 'ਚ ਵੀ ਇਹ ਕੁਝ ਹੋ ਰਿਹਾ। ਇਹੀ ਮੈਂ ਕਹਿ ਰਿਹਾ ਕਿ ਕਿਤੇ ਨਾ ਕਿਤੇ ਮੋਦੀ ਸਾਹਿਬ ਨੂੰ ਇਹ ਐਂਗਲ ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਜੇ ਨਹੀਂ ਦੇਖ ਰਹੇ ਤੇ ਜਿੰਨਾ ਤੁਸੀਂ ਇਹਨਾਂ ਦਾ ਵਿਰੋਧ ਕਰ ਰਹੇ ਹੋ ਨਾ, ਉਨੇ ਹੀ ਇਹ ਤਕੜੇ ਹੋ ਰਹੇ ਨੇ। ਸਿੰਘੂ ਬਾਰਡਰ ਦੀਆਂ ਖਬਰਾਂ ਨੇ ਕਿ ਉੱਥੇ ਅੱਗੇ ਨਾਲੋਂ ਜ਼ਿਆਦਾ ਇਕੱਠ ਹੋ ਗਿਆ। ਹੁਣ ਲੋਕ ਉੱਥੇ ਹੋਰ ਜ਼ਿਆਦਾ, ਕੋਈ ਮੱਝਾਂ ਦਾ ਟਰੱਕ ਭੇਜ ਰਿਹਾ ਹੈ, ਕੋਈ ਕੁਝ, ਕੋਈ ਲੱਡੂਆਂ ਦਾ, ਹਰ ਜ਼ਰੂਰਤ ਵਾਲੀ ਚੀਜ਼ ਉੱਥੇ ਜਾ ਰਹੀ ਹੈ। ਕਿਸਾਨ ਉੱਥੇ ਫੁੱਲ ਬੂਟੇ ਸਬਜ਼ੀਆਂ ਲਾ ਰਹੇ ਨੇ। ਉਹਨਾਂ ਨੇ ਤਾਂ ਆਪਣੇ ਪੱਕੇ ਮੋਰਚੇ ਗੜ ਦਿੱਤੇ ਨੇ ਔਰ ਨਵੇਂ ਲੰਗਰ ਬਣ ਰਹੇ ਨੇ, ਪੱਕੇ ਲੰਗਰ ਦੇ ਤਿਆਰ ਹੋ ਰਹੇ ਨੇ ਤੇ ਪੱਕੇ ਚੁੱਲ੍ਹੇ ਬਣਦੇ ਮੈਂ ਕੱਲ ਦੇਖੇ। ਸੋ ਇਹ ਸਾਰਾ ਕੁਝ ਉੱਥੇ ਚੱਲ ਰਿਹਾ ਮੋਦੀ ਸਾਹਿਬ। ਇਸੇ ਕਰਕੇ ਕਹਿਣਾ ਹੈ ਕਿ 26 ਜਨਵਰੀ ਤੋਂ ਬਾਅਦ ਅਸਲ ਦੇ ਵਿੱਚ ਹੋਰ ਤਿੱਖਾ ਹੋ ਗਿਆ ਇਹ ਸੰਘਰਸ਼। ਤੁਸੀਂ ਕੱਲ ਦੇਖਣਾ ਸੀ ਸਿੰਘਪੁਰ ਬਾਰਡਰ ਤੇ ਬੀਬੀਆਂ ਦੀਆਂ ਜਿਹੜੀ ਬਸੰਤੀ ਚੁੰਨੀਆਂ ਨੇ ਇਹਨਾਂ ਦਿਨਾਂ ਦੇ ਵਿੱਚ, ਜਿਹੜਾ ਕੇਸਰੀ ਰੰਗ, ਹੁਣ ਤਾਂ ਉਹਨਾਂ ਦੀ ਜਵਾਨ ਵੀ ਕੇਸਰੀ ਹੋ ਰਹੀ ਹੈ। ਖਿਆਲ ਰੱਖਣ ਦੀ ਲੋੜ ਹੈ। ਅੱਗੇ ਵਧੀਏ। ਤੁਹਾਡਾ ਪੁਰਾਣਾ ਸਾਥੀ ਜਿਹੜਾ ਹੈ ਨਵਜੋਤ ਸਿੰਘ ਸਿੱਧੂ, ਉਹਦੀ ਜਿਹੜਾ ਹੈ ਗੱਲ ਕਰਦੇ ਹਾਂ। ਪਰ ਨਵਜੋਤ ਸਿੰਘ ਸਿੱਧੂ ਦੀ ਇਹ ਗੱਲ ਭਾਵੇਂ ਉੱਪਰੋਂ ਕਹੀ ਗਈ ਹੈ ਕਿ ਜਿਹੜੀ ਮੀਟਿੰਗ ਹੋਈ ਹੈ ਪ੍ਰਿਅੰਕਾ ਗਾਂਧੀ ਨਾਲ, ਜਿਹਦੇ ਵਿੱਚ ਹਰੀਸ਼ ਰਾਵਤ ਵੀ ਸ਼ਾਮਲ ਸੀ ਤੇ ਕਾਂਗਰਸ ਦੇ ਜਨਰਲ ਸਕੱਤਰ ਬੇਨੂ ਗੋਪਾਲ ਵੀ ਸ਼ਾਮਲ ਸੀ, ਇਹ ਜੀ ਕਿਸਾਨੀ ਅੰਦੋਲਨ ਨੂੰ ਲੈ ਕੇ ਹੋਈ ਹੈ। ਐਸੀ ਕੁਝ ਗੱਲ ਨਹੀਂ। ਕਿਸਾਨੀ ਅੰਦੋਲਨ ਬਾਰੇ ਸਾਰਾ ਕੁਝ ਉਹਨਾਂ ਨੂੰ ਪਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕੁਝ ਵੱਖਰਾ ਨਹੀਂ ਦੱਸਣਾ। ਅਸਲ ਗੱਲ ਤਾਂ ਇਹ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਸੁਰ ਫੇਰ ਬਦਲ ਗਏ ਕਿ ਜਾਣਬੁੱਝ ਕੇ ਡਿਲੇ ਕਰ ਰਹੇ ਨੇ। ਇਹ ਜਿਹੜਾ ਵਜ਼ਾਰਤ ਦਾ ਵਾਧਾ ਹੈ, ਇਹ ਤਾਂ ਪਤਾ ਨਹੀਂ ਕਦੋਂ ਤੱਕ ਚੱਲੇ। 2 ਅਕਤੂਬਰ ਤੱਕ ਤਾਂ ਕਹਿ ਦਿੱਤਾ ਟਕੈਤ ਨੇ, ਤੋਂ ਕਹਿੰਦੇ ਵੀ ਇਹ ਉਹਨੇ ਨੂੰ ਖਤਮ ਹੋ ਜਾਣੀ ਹੈ, ਸਾਡੀ 22 ਆ ਜਾਣੀ ਹੈ। ਤੋਂ ਇਸ ਕਰਕੇ ਜਲਦੀ ਵਜ਼ਾਰਤ ਚ ਲੈਣ ਦੀਆਂ ਗੱਲਾਂ ਜਿਹੜੀਆਂ ਨੇ, ਜਾਂ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਵੇ ਨਵਜੋਤ ਸਿੰਘ ਸਿੱਧੂ ਨੂੰ, ਇਸ ਕਿਸਮ ਦੀਆਂ ਵਿਚਾਰਾਂ ਹੋਈਆਂ ਲੱਗਦੀਆਂ ਨੇ। ਸੂਤਰ ਇਹ ਕਹਿੰਦੇ ਨੇ, ਦੇਖੋ ਲੋਕਲ ਬਾਡੀ ਦੀਆਂ ਚੋਣਾਂ ਤੋਂ ਬਾਅਦ, ਉਦੋਂ ਪਹਿਲਾਂ ਤਾਂ ਨਹੀਂ ਕੁਝ ਹੁੰਦਾ, ਲੱਗਦਾ ਹੈ ਕਿ ਵਜ਼ਾਰਤ ਵਿੱਚ ਵਾਧਾ ਹੋ ਤੇ ਨਵਜੋਤ ਸਿੰਘ ਸਿੱਧੂ ਮੰਤਰੀ ਬਣੂ। ਕੱਲ ਦੀ ਮੀਟਿੰਗ ਤੋਂ ਬਾਅਦ ਸੰਕੇਤ ਇਹ ਆ ਰਹੇ ਨੇ। ਬਾਕੀ ਦੇਖਦੇ ਹਾਂ ਕਾਫੀ ਚਿਰ ਤੋਂ ਕਿਆ ਸਰਾਈਆਂ ਲੱਗ ਰਹੀਆਂ ਨੇ, ਲੇਕਿਨ ਹੁਣ ਟਾਈਮ ਬਹੁਤ ਘੱਟ ਰਹਿ ਰਿਹਾ ਹੈ। ਫਰਵਰੀ ਚ ਅਗਲੇ ਚੋਣਾਂ ਨੇ, ਸਾਲ ਤੋਂ ਵੀ ਘੱਟ ਰਹਿ ਗਿਆ ਟਾਈਮ। ਜਦੋਂ ਕੋਡ ਲੱਗ ਜਾਣਾ 2 ਮਹੀਨੇ ਤਾਂ ਉਹ ਗਏ। ਇਸ ਕਰਕੇ 8 ਮਹੀਨੇ ਆਪਾਂ ਕਹੀਏ, 8-9 ਮਹੀਨੇ ਰਹਿੰਦੇ ਨੇ ਤੇ ਨਵਜੋਤ ਸਿੰਘ ਸਿੱਧੂ ਜਾਂਦੇ ਜਾਂਦੇ ਮਿਨਿਸਟਰੀ ਪੰਜਾਬ ਦੀ ਫੇਰ ਕਰਨੀ ਚਾਹੁੰਦੇ ਨੇ। ਉਸ ਪਾਸੇ ਗੱਲ ਚੱਲੀ ਹੈ। ਮੈਂ ਦੱਸ ਰਿਹਾ ਸੀ ਕਿ ਲਤਾ ਮੰਗੇਸ਼ਕਰ, ਸਚਿਨ ਤੰਦੂਲਕਰ, ਵਿਰਾਟ ਕੋਹਲੀ, ਅਕਸ਼ੇ ਕੁਮਾਰ ਬਾਰੇ ਮਹਾਰਾਸ਼ਟਰ ਸਰਕਾਰ ਕਰਾ ਰਹੀ ਹੈ ਇਨਵੈਸਟੀਗੇਸ਼ਨ ਵੀ ਕਿਵੇਂ ਇਹ ਮੋਦੀ ਦੀ ਗੋਦੀ 'ਚ ਚਲੇ ਗਏ। ਲੇਕਿਨ ਦੂਜੇ ਪਾਸੇ ਮੋਦੀ ਸਾਹਿਬ ਦੀ ਸਰਕਾਰ ਟਵਿੱਟਰ ਨੂੰ ਕਹਿ ਰਹੀ ਹੈ ਕਿ ਆਹ ਲਿਸਟ ਚੱਕੋ 1178 ਬੰਦਿਆਂ ਦੀ, ਇਹਨਾਂ ਦੇ ਕਰੋ ਅਕਾਊਂਟ ਬੰਦ। ਕਿਉਂ ਕਰੋ? ਕਿਉਂਕਿ ਇਹ ਜਿਹੜੇ ਟਵਿੱਟਰ ਅਕਾਊਂਟ ਨੇ ਇਹ ਖਾਲਿਸਤਾਨੀ ਨੇ ਜਾਂ ਖਾਲਿਸਤਾਨੀ ਸਪੋਰਟਰਾਂ ਦੇ ਨੇ। ਜੇ ਪਾਕਿਸਤਾਨੀ ਜਿਹੜੇ ਸਪੋਰਟਰਾਂ ਦੇ ਵੀ ਨੇ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ, ਇਹਨਾਂ ਨੂੰ ਕਰੋ ਬੰਦ। ਮਤਲਬ ਕਿ ਇਸ ਕਿਸਮ ਦਾ ਜਿਹੜਾ ਸਾਈਬਰ ਹਮਲਾ ਹੈ, ਸੜਕ ਤੇ ਕਿਸਾਨ ਬੈਠੇ ਨੇ, ਉਹਨਾਂ ਦਾ ਵਿਰੋਧ ਹੋ ਰਿਹਾ ਬੈਰੀਕੇਡਿੰਗ ਲਾ ਕੇ। ਸੰਸਦ ਦੇ ਵਿੱਚ ਕੱਲ ਆਪ ਹੀ ਬੈਰੀਕੇਡਿੰਗ ਲਾਤੀ ਕਿ ਸੁਧਾਰ ਬਹੁਤ ਵਧੀਆ ਨੇ, ਇੱਕ ਵਾਰੀ ਕਰਕੇ ਦੇਖੋ। ਤੇ ਹੁਣ ਜਿਹੜਾ ਸਾਈਬਰ ਸਪੇਸ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਹੈ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਅਕਾਊਂਟ ਬੰਦ ਕਰੋ। ਇੰਟਰਨੈਟ ਪਹਿਲਾਂ ਬੰਦ ਕੀਤਾ ਹੋਇਆ ਜਾਂ ਕਰ ਦਿੰਦੇ ਨੇ ਵਿੱਚ ਵਿੱਚ। ਇਹ ਸਾਰਾ ਕੁਝ ਚੱਲ ਰਿਹਾ ਹੈ। 3 ਥਾਵਾਂ ਤੇ ਲੜਾਈ, 3 ਥਾਵਾਂ ਤੇ ਸਰਕਾਰ ਦੀ ਦਮਨਕਾਰੀ ਨੀਤੀ ਨੰਗੀ ਹੋ ਰਹੀ ਹੈ। ਤੋ ਇੱਕ ਪਾਸੇ ਦਾ ਟਵਿੱਟਰ ਦੇ, ਦੂਜੇ ਪਾਸੇ ਇਸ ਤਰ੍ਹਾਂ ਦੀ ਇੱਕ ਖਬਰ ਜਿਹੜੀ ਆਈ ਹੈ ਉਹ ਹੈ ਉੱਤਰ ਪ੍ਰਦੇਸ਼ ਦੀ ਕੈਪੀਟਲ ਲਖਨਊ ਤੋਂ। ਉੱਥੇ ਇੱਕ ਵਿਕਾਸ ਨਗਰ ਦੇ ਵਿੱਚ ਜਗਦੇਵ ਸਿੰਘ ਜੱਗਾ ਫੜਿਆ ਉਹਨਾਂ ਨੇ, ਪੰਜਾਬ ਪੁਲਿਸ ਨੇ ਫੜਿਆ। ਦਾਅਵਾ ਇਹ ਕੀਤਾ ਜਾਂਦਾ ਹੈ ਕਿ ਇਹ ਖਾਲਿਸਤਾਨੀ ਪਰਮਜੀਤ ਪੰਮਾ ਔਰ ਮਲਤਾਨੀ ਸਿੰਘ ਦਾ ਸਾਥੀ ਸੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਫਿਰੋਜ਼ਪੁਰ ਦੇ ਪਿੰਡ ਫਤਿਹਗੜ੍ਹ ਸਾਹਿਬ ਦਾ ਇਹ ਜੱਗਾ ਵੀ ਖਾਲਿਸਤਾਨੀ ਅੱਤਵਾਦੀਆਂ ਚ ਗਿਣਿਆ ਜਾਂਦਾ ਹੈ। ਉਸ ਨੂੰ ਫੜਿਆ। ਪੁਲਿਸ ਕੁਝ ਵੀ ਦਾਅਵੇ ਕਰ ਸਕਦੀ ਹੈ ਤੇ ਕੱਲ ਦਾਅਵਾ ਕੀਤਾ ਗਿਆ। 3 ਹੋਰ ਕਿਸਾਨ ਜਿਹੜੇ ਨੇ ਉਹ ਚੱਲ ਬਸੇ। ਹੁਣ ਤਾਂ ਗਿਣਤੀ 200 ਤੋਂ ਵੀ ਜਾ ਸਕਦੀ ਹੈ ਜੇ ਆਪਾਂ ਸਹੀ ਤਰੀਕੇ ਨਾਲ ਗਿਣੀਏ। ਹੁਣ 24 ਸਾਲਾ ਹਰਪਿੰਦਰ ਸਿੰਘ, ਇਹ ਉਦਨਵਾਲ ਦਾ ਸੀ,
ਉਦਨਵਾਲ ਦੇ ਲਾਗੇ ਸਭ ਕੰਡੀਲਾ ਪਿੰਡ ਦਾ ਸੀ। ਇਹ ਦਿਲ ਦਾ ਦੌਰਾ ਪਿਆ, 13 ਦਿਨ ਰਿਹਾ ਸੀ ਉੱਥੇ। ਮੈਂ ਜਿਹੜੇ ਨੌਜਵਾਨ ਨੇ ਨਾ, ਕਿਉਂਕਿ ਉਹਨਾਂ ਦੇ ਇਮਿਊਨਿਟੀ ਸਿਸਟਮ ਉਹਨਾਂ ਨਹੀਂ ਹੈ, ਹੋ ਸਕਦਾ ਵੀ ਉਸ ਕਰਕੇ ਹੋਏ, ਨੌਜਵਾਨ ਬੜੇ ਇਹਨਾਂ ਨੂੰ ਦਿਲ ਦੇ ਦੌਰੇ ਪੈ ਰਹੇ ਨੇ, ਖਾਸ ਤੌਰ ਤੇ ਜਦੋਂ ਉੱਥੇ ਜਾਂਦੇ ਨੇ। 13 ਦਿਨਾਂ ਬਾਅਦ ਆਇਆ, ਠੰਡ ਲੱਗੀ ਹੋਏਗੀ, ਕੀ ਕਾਰਨ ਹੋਊਗਾ। ਮੈਨੂੰ ਦੱਸਿਆ ਕੋਈ ਬੰਦਿਆਂ ਨੇ ਜਿਨ੍ਹਾਂ ਨੂੰ ਆਦਤ ਨਹੀਂ ਉਸ ਕਿਸਮ ਦੀ ਕੰਮ ਕਰਨ ਦੀ, ਕਾਫੀ ਔਖੇ ਨੇ ਉੱਥੇ। ਟਿਕਰੀ ਵਾਰਡ ਤੇ ਇੱਕ ਘਲੋਟੀ ਪਿੰਡ ਹੈ ਰਾੜਾ ਸਾਹਿਬ ਦੇ ਕੋਲ, ਉੱਥੋਂ ਦਾ ਉਗਰਾਹਾਂ ਗਰੁੱਪ ਦਾ ਬੰਦਾ ਸੀ, ਜੋ ਕਦੇ ਕੈਨੇਡਾ ਵੀ ਚਲਾ ਜਾਂਦਾ ਸੀ, ਪਰ ਇੱਥੇ ਕਿਸਾਨਾਂ ਦੇ ਨਾਲ ਸੀ। ਉਮਰ ਸੀ 65 ਸਾਲ ਦੀ, ਉਹ ਵੀ ਚੱਲ ਬਸਿਆ। ਐਂ ਗੁਰਦੂਰ ਸਿੰਘ ਚੱਲ ਬਸਿਆ ਲਹਿਰ ਕਲਾਂ ਦਾ, ਇਹ ਮੀਤ ਪ੍ਰਧਾਨ ਸੀ। ਤੋਂ ਇਸ ਤਰ੍ਹਾਂ 3 ਬੰਦੇ ਹੋਰ ਚੱਲ ਬਸੇ ਨੇ, ਇਹ ਆਪਾਂ ਦੇਖਿਆ। ਤੋਂ ਇਸੇ ਤਰੀਕੇ ਨਾਲ ਇਹ ਚਰਚਾ, ਕਦੇ ਕੋਈ ਜਾ ਰਹੇ ਨੇ, ਕੋਈ ਬਾਹਰ ਆ ਰਹੇ ਨੇ, ਕੋਈ ਜੇਲ੍ਹ 'ਚ ਜਾ ਰਹੇ ਨੇ। ਲਾਲ ਕਿਲ੍ਹੇ ਦੇ ਵਿੱਚ ਜਿਹੜੀ ਹਿੰਸਾ ਹੋਈ ਸੀ, ਉਹ 'ਚ ਜਿਹੜੇ ਬੰਦੇ ਫੜੇ ਗਏ, ਉਹਨਾਂ ਚੋਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 3 ਨੌਜਵਾਨਾਂ ਦੀ ਜਿਹੜੀ ਹੈ ਜ਼ਮਾਨਤ ਹੋ ਗਈ ਹੈ, ਕੱਲ ਉਹ ਬਾਹਰ ਆ ਜਾਣਗੇ। 3 ਬਜ਼ੁਰਗਾਂ ਬਾਰੇ ਵੀ ਕਹਿੰਦੇ ਅਸੀਂ ਗੱਲਬਾਤ ਕਰ ਰਹੇ ਹਾਂ, ਚੰਗੀ ਗੱਲ ਹੈ ਜੇ ਉਸ ਪਾਸੇ ਦੀ ਕਹਾਣੀ ਵੱਧ ਰਹੀ ਹੈ। ਲੇਕਿਨ ਇੱਕ ਗੱਲ ਇਹ ਆਪਾਂ ਜ਼ਰੂਰ ਦੇਖੀਏ ਕਿ ਜਿਹੜਾ ਬੇਅਦਬੀ ਦਾ ਮਸਲਾ ਹੈ, ਉਸ ਨੂੰ ਇਸ ਤਰੀਕੇ ਨਾਲ ਮੈਂ ਬਹੁਤ ਵਾਰ ਕਿਹਾ, ਭਾਵੇਂ ਵੱਡਾ ਮਸਲਾ ਜਦੋਂ ਆ ਜਾਂਦਾ ਹੈ ਉਹ ਪਿੱਛੇ ਚਲਾ ਜਾਂਦਾ ਹੈ, ਲੇਕਿਨ ਬੇਅਦਬੀ ਦੇ ਮਸਲੇ ਨੂੰ ਕਦੇ ਵੀ ਛੋਟਾ ਕਰਕੇ ਨਹੀਂ ਦੇਖ ਸਕਦੇ। ਇਹ ਆਪਾਂ ਸਮਝ ਲੈਣੀ ਚਾਹੀਦੀ ਆਪਾਂ ਨੂੰ ਇਹ ਗੱਲ। ਹੁਣ ਹੋਇਆ ਇਹ ਕੀ ਹੈ ਕਿ 8 ਫਰਵਰੀ ਪਈ ਸੀ, ਜਦੋਂ ਦਾ CBI ਨੇ ਫਾਈਲ ਦਿੱਤੀ ਹੈ ਸਿੱਟ ਨੂੰ, ਉਸ ਤੋਂ ਬਾਅਦ ਡਰ ਲੱਗ ਗਿਆ ਪਰਮਰਾਜ ਉਮਰਾਨਗਰ, ਜਿਹੜਾ ਉਸ ਵੇਲੇ IG ਸੀ, ਤੇ ਸਮੇਤ ਸੈਣੀ, ਇਹਨਾਂ ਨੂੰ ਇਹ ਡਰ ਹੈ ਕਿ ਕਿਸੇ ਵੀ ਸਮੇਂ ਗ੍ਰਿਫਤਾਰੀ ਹੋ ਸਕਦੀ ਹੈ। ਇਹਨਾਂ ਨੇ ਕੋਰਟ ਦੇ ਵਿੱਚ ਅਗਾਊਂ ਜਿਹੜੀ ਹੈ ਜ਼ਮਾਨਤ ਲਈ ਅਪੀਲ ਕੀਤੀ ਹੋਈ ਹੈ। ਤੇ ਹੁਣ ਉਹਦੀ ਪੇਸ਼ੀ ਜਿਹੜੀ ਹੈ ਉਹ ਕੱਲ ਪੈ ਗਈ ਹੈ ਫਿਰ ਅੱਗੇ। ਹੁਣ ਉਹ 11 ਤਰੀਕ ਨੂੰ ਇਹ ਪੇਸ਼ੀ ਤੇ ਜਿਹੜੀ ਹੈ ਗੱਲਬਾਤ ਹੋਏਗੀ। ਕੱਲ 2 ਭਾਸ਼ਣ ਜਿਹੜੇ ਨੇ ਮੋਦੀ ਸਾਹਿਬ ਦੇ, ਤੇ ਬਹੁਤ ਲੰਬੀ ਗੱਲ ਆਪਾਂ ਕਰ ਲਈ ਹੈ, ਲੇਕਿਨ ਗੁਲਾਮ ਨਬੀ ਆਜ਼ਾਦ ਨੇ ਵੀ ਕੱਲ ਭਾਸ਼ਣ ਦਿੱਤਾ ਹੈ, ਔਰ ਗੁਲਾਮ ਨਬੀ ਆਜ਼ਾਦ ਦਾ ਇਹ ਲਾਸਟ ਭਾਸ਼ਣ ਸੀ, ਕਿਉਂਕਿ ਇਦੋਂ ਬਾਅਦ 16 ਫਰਵਰੀ ਨੂੰ ਖਤਮ ਹੋ ਰਹੀ ਹੈ ਉਹਨਾਂ ਦੀ ਟਰਮ। ਗੁਲਾਮ ਨਬੀ ਆਜ਼ਾਦ ਤੋਂ ਬਾਅਦ ਬਲਕਿ ਕਾਂਗਰਸ ਦੇ ਵਿੱਚ ਜਿਹੜੇ 37 ਮੈਂਬਰ ਨੇ ਇਹਨਾਂ ਦੇ, ਉਹਨਾਂ ਦਾ ਲੀਡਰ ਕਿਹੜਾ ਹੋਵੇ ਆਪੋਜੀਸ਼ਨ ਦਾ, ਉਹਦੇ ਲਈ ਵੀ ਹੁਣ ਅੰਦਰੋਂ ਅੰਦਰੀ ਗੱਲਬਾਤ ਜਿਹੜੀ ਹੈ ਖਿੱਚੋਤਾਣ ਚੱਲ ਪਈ ਹੈ। ਇਹ ਸਿਆਸਤ ਹੈ, ਹੁੰਦੀ ਰਹਿੰਦੀ ਹੈ। ਔਰ ਕਮਾਲ ਤਾਂ ਇਹ ਹੈ ਕਿ ਜਿਹੜੇ ਬੰਦੇ ਹੁਣ ਹੋ ਰਹੇ ਨੇ, ਹੁਣ ਉਹਨਾਂ ਨੂੰ ਕੀ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਵਿੱਚ ਤਬਦੀਲ ਜਦੋਂ ਦਾ ਹੋਇਆ, ਇਹ ਵੰਡਿਆ ਗਿਆ, ਉਸ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦੀ ਕੀ ਫੇਟ ਹੋਏਗੀ, ਇਹ ਤਾਂ ਦੇਖਣ ਵਾਲੀ ਹੈ। ਲੇਕਿਨ ਕੱਲ ਉਹਨਾਂ ਨੇ ਜਿਹੜਾ ਭਾਸ਼ਣ ਦਿੱਤਾ, ਕਈ ਕਿਸਮ ਦੇ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਜਿਹੜਾ ਕੇਂਦਰ ਹੈ ਨਾ, ਇਹ ਨਹੀਂ ਹੁਣ ਇਹਨੇ ਪੂਰਨ ਰਾਜ ਦਾ ਦਰਜਾ ਨਹੀਂ ਦੇਣਾ, ਲੱਗ ਨਹੀਂ ਰਿਹਾ। ਬਿਲਕੁਲ ਸਹੀ ਗੱਲ ਉਹਨਾਂ ਨੇ ਕਹੀ ਹੈ ਕਿ ਲੱਗ ਨਹੀਂ ਰਿਹਾ ਕਿ ਇਸ ਕਿਸਮ ਦੀ ਗੱਲ ਹੋਏਗੀ ਜੋ ਅਸੀਂ ਦੇਖ ਰਹੇ ਹਾਂ। ਇੱਕ ਗੱਲ ਸਿਆਸਤ ਹੈ, ਦੇਖੋ ਹੁਣ ਹਾਲਾਤ ਐਸੇ ਨੇ ਕਿ ਕਿਸਾਨਾਂ ਨੇ ਆਪਣਾ ਏਜੰਡਾ ਫਿਕਸ ਕੀਤਾ ਹੋਇਆ। ਕਿਸਾਨਾਂ ਦੇ ਖਿਲਾਫ ਪੋਲੀਟੀਕਲ ਪਾਰਟੀਆਂ ਨਹੀਂ ਬੋਲਦੀਆਂ ਜਾਂ ਬੋਲ ਸਕਦੀਆਂ। ਹੁਣ ਮਨਟੇਕ ਸਿੰਘ ਆਹਲੂਵਾਲੀਆ ਦੀ ਇੱਕ ਕਮੇਟੀ ਬਣਾਈ ਸੀ, ਜਿਹਦੇ ਚ ਕਿਹਾ ਸੀ ਸਾਨੂੰ ਦੱਸੋ ਕਿਵੇਂ ਸੁਧਾਰ ਕੀਤੇ ਜਾ ਸਕਦੇ ਨੇ। ਕੈਪਟਨ ਸਾਹਿਬ ਨੇ ਖੁਦ ਕਮੇਟੀ ਬਣਾਈ ਸੀ, ਤੇ ਹੁਣ ਉਹਨਾਂ ਨੇ ਸੁਧਾਰਾਂ ਦੀ ਜਿਹੜੀ ਗੱਲ ਕੀਤੀ, ਲਗਭਗ ਉਸੇ ਤਰੀਕੇ ਦੇ ਨਾਲ ਕੰਟਰੈਕਟ ਫਾਰਮਨ ਦੀ ਉਹਦੇ ਚ ਗੱਲ ਹੈ, ਉਸੇ ਤਰੀਕੇ ਨਾਲ APMC ਦੀ ਗੱਲ ਹੈ। ਇਹ ਸਾਰੀਆਂ ਗੱਲਾਂ ਜਦੋਂ ਦੇਖੀਆਂ ਕੈਪਟਨ ਸਾਹਿਬ ਨੇ ਕਿ ਕਮੇਟੀ ਦੀਆਂ ਸਿਫਾਰਸ਼ਾਂ ਤਾਂ ਇੱਧਰ ਨੂੰ ਜਾਂਦੀਆਂ ਨੇ ਜਿਵੇਂ ਖੇਤੀ ਕਾਨੂੰਨ ਨੇ, ਤੇ ਇੱਕੋ ਦਮ ਕੈਪਟਨ ਅਮਰਿੰਦਰ ਸਿੰਘ ਨੇ ਇਹ ਟਵੀਟ ਕੀਤਾ ਕਿ ਇਹ ਸਿਫਾਰਸ਼ਾਂ ਰੱਦ, ਮੇਰੇ ਹੁੰਦੇ ਕੋਈ ਵੀ ਕਿਸਾਨ ਵਿਰੋਧੀ ਫੈਸਲਾ ਨਹੀਂ ਹੋਵੇਗਾ। ਜਿਹਨੀ ਆਪ ਕਮੇਟੀ ਬਣਾਈ, ਟੈਕਸ ਪੇਅਰ ਦਾ ਪੈਸਾ ਕੈਪਟਨ ਸਾਹਿਬ ਆਪ ਹੀ ਤੁਸੀਂ ਬਣਾ ਕੇ ਉਹਦੀ ਗੱਲ ਵਿਚਾਰਨ ਤੋਂ ਪਹਿਲਾਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇਸ ਮੌਕੇ ਕੋਈ ਗੱਲ ਐਸੀ ਨਹੀਂ ਕੀਤੀ ਜਾ ਸਕਦੀ ਤੇ ਜਿਹੜੀ ਕਿਸਾਨਾਂ ਦੇ ਜਿਹੜੇ ਵਿਰੋਧ ਚ ਜਾਵੇ। ਲੇਕਿਨ ਇੱਕ ਗੱਲ ਜ਼ਰੂਰ ਆਪੋਜੀਸ਼ਨ ਦੇ ਹੱਥ ਲੱਗ ਗਈ ਕਿ ਇਹ ਮਨਟੇਕ ਸਿੰਘ ਆਹਲੂਵਾਲੀਆ ਉਹੀ ਨੇ ਜਿਹੜੇ ਡਾਕਟਰ ਮਨਮੋਹਨ ਸਿੰਘ ਦੇ ਨਾਲ ਹੁੰਦੇ ਸੀ,
ਇਹਦਾ ਮਤਲਬ ਜਿਹੜੀ ਆਪੋਜੀਸ਼ਨ, ਜਿਹੜੀ ਗੱਲ ਕੱਲ ਮੋਦੀ ਸਾਹਿਬ ਨੇ ਕਹੀ ਕਿ ਜਿਹੜਾ ਇਹ ਤੁਹਾਡਾ ਕਹਿਣਾ ਕਾਂਗਰਸ ਵੀ ਇਹੀ ਕੁਝ ਕਰ ਰਹੀ ਸੀ, ਉਹ ਤਾਂ ਫਿਰ ਸਿੱਧ ਹੋ ਜਾਊਗਾ ਇਸ ਗੱਲ ਤੋਂ ਕਿ ਮਨਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਇਹੀ ਕੁਝ ਕਹਿ ਰਹੀ ਹੈ। ਇਹ ਪਹਿਲਾਂ ਵੀ ਹੋਇਆ, ਇਹ ਬਣਾਉਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ, ਪਰ ਚਲੋ ਬਹੁਤ ਵਾਰ ਐਸੀ ਗੱਲ ਹੋ ਜਾਂਦੀ ਹੈ। ਦੇਖੋ ਬਹੁਤ ਸਾਰੀਆਂ ਖਬਰਾਂ ਨੇ, ਖਬਰਾਂ ਤਾਂ ਇਹ ਵੀ ਨੇ ਹੁਣ ਗਾਜ਼ੀਪੁਰ ਦੇ ਵਿੱਚ ਜਿਹੜੇ ਟੈਂਟ ਲੱਗੇ ਨੇ, ਜਿਹੜਾ